परम सत्कारयोग ਉਪਸਥਿਤ ਸਾਧ ਸੰਗਤ ਜੀ, ਸਭ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਤੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰ ਫਿਰ ਉਸ ਨਾਮਧਾਰੀ ਹਿਰਦੇ ਸਮਰਾਟ ਸਤਿਗੁਰੂ ਨੂੰ ਯਾਦ ਕਰ ਲਈਏ, ਜਿਨ੍ਹਾਂ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰ ਰਹੇ ਸੀ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਹਾਜ਼ਰਾ ਹਜ਼ੂਰ ਸਤਿਗੁਰੂ ਨੂੰ ਯਾਦ ਕਰੋ, ਸਭ ਗੱਜ ਕੇ ਆਖਿਓ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਆਪ ਜੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਇਤਿਹਾਸ ਸਰਵਣ ਕਰ ਰਹੇ ਸੀ। ਹੁਣੇ ਤੁਸੀਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਉਪਦੇਸ਼ ਸੁਣਿਆ ਸੀ, ਜਿਸ ਵਿੱਚ ਸੱਚ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਗਰਦੰਤੀ ਦੇ ਕੁਝ ਮੁੱਖ ਵਾਕ ਦ੍ਰਿੜਾਏ, ਯਾਦ ਕਰਾਏ। ਯਹੀ ਦੇਹ ਆਗਿਆ ਤੁਰਕਨ ਗਹਿ ਖਪਾਊਂ, ਗਊ ਘਾਤ ਕਾ ਦੁਖ ਜਗ ਸਿਓ ਮਟਾਊਂ। ਸਤਿਗੁਰੂ ਗੋਬਿੰਦ ਸਿੰਘ ਜੀ ਗਊਆਂ ਦੀ ਰੱਖਿਆ ਵਾਸਤੇ ਬਚਨ ਕੀਤਾ। ਤੁਰਕਾਂ ਤੋਂ ਭਾਵ ਸਿਰਫ ਮੁਸਲਮਾਨ ਨਹੀਂ ਹੈਗਾ। ਤੁਰਕਾਂ ਤੋਂ ਭਾਵ ਜਿਹੜਾ ਵੀ ਮਾੜੇ ਕੰਮ ਕਰਦਾ ਆ, ਤੁਰਕ ਸਿਰਫ ਉਸ ਨੂੰ ਆਖਿਆ ਜਾਂਦਾ ਹੈ। ਤੁਰਕ ਸਿਰਫ ਮੁਸਲਮਾਨ ਵਾਸਤੇ ਨਹੀਂ ਸ਼ਬਦ ਵਰਤਿਆ ਜਾਂਦਾ। ਯਹੀ ਆਸ ਪੂਰਨ ਕਰੋ ਤੁਮ ਹਮਾਰੀ, ਮਿਟੈ ਕਸ਼ਟ ਗਊਨ ਛੁਟੈ ਖੇਦ ਪਾਰੀ। ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਕਰਦੇ ਨੇ, ਹੁਕਮ ਦਿੰਦੇ ਨੇ ਸਾਧ ਸੰਗਤ ਨੂੰ ਕਿ ਤੁਸੀਂ ਮੇਰੀਆਂ ਇਹ ਆਸਾਂ ਪੂਰੀਆਂ ਕਰੋ ਇਸ ਤਰ੍ਹਾਂ ਦੀਆਂ। ਯਹੀ ਬੇਨਤੀ ਖਾਸ ਹਮਾਰੀ ਸੁਨੀਜੈ ਅਸੁਰ ਮਾਰ ਕਰ ਰਸ਼ ਗਊਨ ਕਰੀਜੈ। ਸੱਚ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਹੁਕਮ ਕਰ ਰਹੇ ਨੇ ਕਿ ਤੁਸੀਂ ਮੇਰੀ ਬਹੁਤ ਖਾਸ ਗੱਲ ਹੈ, ਧਿਆਨ ਨਾਲ ਸੁਣਿਓ। ਗਊਆਂ ਦੀ ਰੱਖਿਆ ਕਰੋ। ਸਤਿਗੁਰੂ ਰਾਮ ਸਿੰਘ ਜੀ ਉਪਦੇਸ਼ ਹੁਕਮਨਾਮਿਆਂ ਵਿੱਚ ਪ੍ਰਦੇਸ਼ੋਂ ਲਿਖ ਕੇ ਭੇਜਿਆ ਹੈ ਕਿ ਗਊ ਦੀ ਸੇਵਾ ਕਰਨੀ, ਗਊ ਦੇ ਵਿੱਚ ਦੁੱਖ ਕੋਈ ਨਹੀਂ ਹੈ, ਬਹੁਤ ਬੜੇ ਗੁਣ ਹੈ। ਜੇ ਅਸੀਂ ਸਿਰਫ ਗਊਆਂ ਦੀ ਗੱਲ ਕਰੀ ਜਾਈਏ, ਉਹਦੇ ਵਿੱਚ ਇੰਨੇ ਗੁਣ ਨੇ। ਦੁੱਧ ਤੋਂ ਮੇਰੇ ਦਾਦਾ ਜੀ 92 ਸਾਲ ਦੀ ਉਮਰ 'ਚ ਚੜ੍ਹਾਈ ਕੀਤੇ ਸਨ। ਉਹ ਆਪਣੇ ਅਖੀਰਲੇ ਸਮੇਂ ਤੱਕ ਵੀ ਅਖਬਾਰ ਦੀ ਜਿਹੜੀ ਪ੍ਰਿੰਟਿੰਗ ਹੁੰਦੀ ਹੈ, ਹੈਡਿੰਗ 'ਤੇ ਤਕਰੀਬਨ ਸਾਰੇ ਪੜ੍ਹ ਸਕਦੇ ਨੇ ਬਿਨਾਂ ਐਨਕਾਂ ਤੋਂ, ਪਰ ਜਿਹੜੀ ਉਹਦੀ ਡਿਟੇਲ ਹੁੰਦੀ ਹੈ ਥੱਲੇ ਛੋਟੇ ਅੱਖਰਾਂ 'ਚ, ਸ਼ਾਇਦ 8 ਨੰਬਰ 'ਚ ਹੁੰਦੀ ਹੈ, 8 ਨੰਬਰ ਫੌਂਟ ਹੁੰਦਾ, ਸਾਈਜ਼ ਹੁੰਦਾ ਉਹਦਾ, ਉਹ ਬਿਨਾਂ ਐਨਕਾਂ ਤੋਂ ਨਹੀਂ ਪੜ੍ਹੀ ਜਾਂਦੀ। ਜਵਾਨੀ ਵਿੱਚ ਉਹਨਾਂ ਦੀ ਨਿਗਾਹ ਘਟਣ ਲੱਗ ਗਈ। ਉਹਨਾਂ ਨੇ ਕਿਸੇ ਨੇ ਪੁੱਛਿਆ, ਕਿਸੇ ਵੈਦ ਨੇ ਦੱਸਿਆ ਵੀ ਗਾਂ ਦਾ ਦੁੱਧ, ਗਾਂ ਦੇ ਦੁੱਧ ਦਾ ਹੀ ਦਹੀਂ, ਗਾਂ ਦੇ ਦੁੱਧ ਦਾ ਹੀ ਮੱਖਣ, ਗਾਂ ਦੇ ਦੁੱਧ ਦਾ ਹੀ ਘਿਓ ਹੋਵੇ ਅਤੇ ਤੂੰ ਉਹ ਖਾ ਅਤੇ ਫਿਰ ਤੇਰੀ ਨਿਗਾਹ ਠੀਕ ਹੋ ਸਕਦੀ ਹੈ। ਸਾਧ ਸੰਗਤ ਜੀ, ਕੁਦਰਤੀ ਸਮਾਂ ਐਸਾ ਬਣਿਆ, ਉਹ ਦੱਸਦੇ ਸਨ ਕਿ ਮੈਂ 1 ਸਾਲ ਗਾਂ ਦਾ ਹੀ ਦੁੱਧ ਪੀਤਾ, ਮੱਖਣ ਵੀ, ਘਿਓ ਵੀ, ਦਹੀਂ ਵੀ, ਸਾਰਾ ਕੁਝ ਗਾਂ ਦਾ ਹੀ ਖਾਧਾ। 1 ਸਾਲ 'ਚ ਨਿਗਾਹ ਫਿਰ ਠੀਕ ਹੋ ਗਈ ਅਤੇ ਅੰਤਲੇ ਸਮੇਂ ਤੱਕ ਉਹਨਾਂ ਦੀ ਨਿਗਾਹ ਬਿਲਕੁਲ ਠੀਕ ਰਹੀ। ਉਹਨਾਂ ਨੂੰ ਐਨਕ ਨਹੀਂ ਸੀ ਲੱਗੀ। ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ। ਖੁਰਾਕ ਵਿੱਚ ਫਰਕ ਪੈ ਗਿਆ। ਇਸ ਕਰਕੇ ਸਤਿਗੁਰੂ ਰਾਮ ਸਿੰਘ ਹੁਕਮ ਕਰਦੇ ਸੀ, ਗਾਂ ਦੇ ਵਿੱਚ ਮੈਨੂੰ ਕੋਈ ਵੀ ਦੋਸ਼ ਨਜ਼ਰ ਨਹੀਂ ਆਉਂਦਾ, ਸਿਰਫ ਗੁਣ ਹੀ ਨੇ ਇਹਦੇ ਵਿੱਚ। ਇੱਕ ਆਮ ਗੱਲ ਹੈ ਨਾ ਵੀ ਜੇ ਤੁਹਾਡੀਆਂ ਅੱਖਾਂ ਨੇ ਤਾਂ ਸਾਰਾ ਸੰਸਾਰ ਤਾਂ ਹੀ ਦੇਖ ਸਕਦੇ ਹਾਂ। ਜੇ ਸਾਡੇ ਕੋਲ ਅੱਖਾਂ ਹੀ ਨਹੀਂ ਰਹਿਣਗੀਆਂ ਤਾਂ ਇਹ ਸਾਰੇ ਕੁਝ ਦਾ ਕੋਈ ਅਰਥ ਨਹੀਂ ਰਹਿ ਜਾਏਗਾ। ਸਤਿਗੁਰੂ ਰਾਮ ਸਿੰਘ ਜੀ ਇਸੇ ਗੱਲ 'ਤੇ ਜ਼ੋਰ ਦਿੱਤਾ ਸਿੱਖਾਂ ਨੂੰ, ਗਊ ਅਤੇ ਗਰੀਬ ਦੀ ਰੱਖਿਆ ਕਰਨੀ। ਕਲਕੱਤੇ ਤੋਂ ਲਾਟ ਆਇਆ, ਉਹਨੇ ਆਣ ਕੇ ਲੁਧਿਆਣੇ ਆਇਆ, ਸੁਨੇਹਾ ਭੇਜਿਆ ਸਤਿਗੁਰੂ ਰਾਮ ਸਿੰਘ ਜੀ ਨੂੰ ਮਿਲਣ ਵਾਸਤੇ। ਸਤਿਗੁਰੂ ਰਾਮ ਸਿੰਘ ਜੀ ਘੋੜੀ 'ਤੇ ਗਏ। ਜਦੋਂ ਘੋੜੀ 'ਤੇ ਗਏ, ਲਾਟ ਨੇ ਪੁੱਛਿਆ ਨਾਲ ਦੇ ਸਿਪਾਹੀਆਂ ਨੂੰ, ਇਹ ਕੌਣ ਨੇ?
ਉਹਨਾਂ ਨੇ ਆਖਿਆ ਇਹ ਕੂਕਿਆਂ ਦੇ ਗੁਰੂ ਬਾਬਾ ਰਾਮ ਸਿੰਘ ਜੀ ਨੇ। ਲਾਟ ਨੇ ਟੋਪੀ ਲਾ ਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਝੁਕ ਕੇ ਨਮਸਕਾਰ ਕੀਤੀ। ਲਾਟ ਇਹ ਕਹਿਣ ਲੱਗਾ ਕਿ ਤੁਸੀਂ ਗੁਰੂ ਹੋ, ਕਿਰਪਾ ਕਰੋ, ਮੀਂਹ ਨਹੀਂ ਸੀ ਪੈ ਰਿਹਾ ਉਸ ਸਮੇਂ ਪੰਜਾਬ ਵਿੱਚ, ਕਿਰਪਾ ਕਰੋ ਮੀਂਹ ਪੈ ਜਾਵੇ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਲੋਕ ਵਿਆਜ ਲੈਣਾ ਛੱਡ ਦੇਣ, ਤੁਸੀਂ ਟੈਕਸ ਲੈਣਾ ਛੱਡ ਦਿਓ, ਗਊ ਵੱਧ ਛੱਡ ਦਿਓ, ਗਰੀਬ ਦੇ ਉੱਤੇ ਅਤਿਆਚਾਰ ਕਰਨਾ ਛੱਡ ਦਿਓ, ਅਸੀਂ ਫਿਰ ਅਰਦਾਸ ਕਰਾਂਗੇ, ਫਿਰ ਮੀਂਹ ਪਏਗਾ। ਉਹ ਲਾਟ ਚੁੱਪ ਕਰ ਗਿਆ, ਸ਼ਰਮਿੰਦਾ ਹੋ ਗਿਆ। ਉਸ ਤੋਂ ਬਾਅਦ ਕੋਈ ਗੱਲ ਨਾ ਆਈ। ਸਤਿਗੁਰੂ ਰਾਮ ਸਿੰਘ ਜੀ ਘੋੜੀ 'ਤੇ ਸਵਾਰ ਹੋਏ, ਵਾਪਸ ਭੈਣੀ ਸਾਹਿਬ ਆਏ। ਸਤਿਗੁਰੂ ਰਾਮ ਸਿੰਘ ਜੀ ਗਾਵਾਂ ਵਾਸਤੇ, ਗਊਆਂ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੋਂ ਹੀ ਮਰਜ਼ਾਦਾ ਬਣੀ ਆਈ ਹੈ ਕਿ ਇਹਨਾਂ ਨੂੰ ਸਾਂਭ ਲਵੋ। ਸਤਿਗੁਰੂ ਜਗਜੀਤ ਸਿੰਘ ਜੀ ਇੱਕ ਦਿਨ ਉਪਦੇਸ਼ 'ਚ ਆਉਂਦਾ ਹੈ ਕਿ ਸੱਚ ਪਾਤਸ਼ਾਹ ਜੀ ਬੰਗਲੌਰ ਗਏ। ਸੱਚ ਪਾਤਸ਼ਾਹ ਜੀ ਹੁਕਮ ਕੀਤਾ, ਮੈਂ ਉੱਥੇ ਜਾ ਕੇ ਜਿਹੜੇ ਉੱਥੇ ਕਿਸਾਨ ਸਨ ਉਹ ਇਕੱਠੇ ਕੀਤੇ, ਉਹਨਾਂ ਨੂੰ ਪੁੱਛਿਆ ਕਿ ਗਊ ਹੱਤਿਆ ਹੁੰਦੀ ਹੈ, ਬੁੱਚੜਖਾਨੇ ਖੋਲ੍ਹਦੇ ਪਏ ਨੇ, ਤੁਸੀਂ ਕੋਈ ਉੱਦਮ ਕਰੋ। ਉਹ ਕਹਿਣ ਲੱਗੇ ਅਸੀਂ ਕੀ ਉੱਦਮ ਕਰੀਏ, ਸਾਨੂੰ ਕੀ ਫਰਕ ਪੈਂਦਾ ਹੈ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਵੀ ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ ਕਿਸਾਨ, ਤੁਹਾਡੇ ਕਿੰਨਿਆਂ ਕੋਲ ਟਰੈਕਟਰ ਨੇ ਖੇਤੀਬਾੜੀ ਕਰਨ ਵਾਸਤੇ? ਉਹਨਾਂ ਕਹਿੰਦੇ ਜੀ ਕਿਸੇ ਕੋਲ ਵੀ ਨਹੀਂ ਹੈਗੇ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਫਿਰ ਤੁਸੀਂ ਬਲਦਾਂ ਨਾਲ ਹੀ ਖੇਤੀ ਕਰਦੇ ਹੋ ਨਾ? ਉਹ ਕਹਿੰਦੇ ਹਾਂਜੀ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਜੇ ਗਾਂ ਮਰ ਗਈ ਫਿਰ ਬਲਦ ਕਿੱਥੋਂ ਪੈਦਾ ਹੋਏਗਾ, ਤੁਸੀਂ ਖੇਤੀ ਕਿੱਥੋਂ ਕਰੋਗੇ? ਉਹ ਕਹਿੰਦੇ ਜੀ ਗੁਰੂ ਜੀ ਇਹ ਬਾਤ ਤਾਂ ਠੀਕ ਹੈ। ਭਾਵ ਅੱਜ ਕੱਲ੍ਹ ਸਾਧਨ ਆਏ ਨੇ ਸਾਡੇ ਕੋਲ, ਪਰ ਉਹਨਾਂ ਟਾਈਮਾਂ ਵਿੱਚ ਤਾਂ ਸਾਧਨ ਨਹੀਂ ਸਨ ਹੈਗੇ ਸਾਡੇ ਕੋਲ। ਜੇ ਘਰ ਦਾ ਦੁੱਧ ਆ, ਘਰ ਵਿੱਚ ਕੋਈ ਚੀਜ਼ ਆ, ਦੁੱਧ ਪੀਣਾ ਆ ਬੱਚਿਆਂ ਨੇ, ਉਹ ਵੀ ਗਾਂ ਦਾ ਪੀਣਾ ਆ। ਜੇ ਫਸਲ ਦੀ ਵਾਢੀ ਕਰਨੀ ਹੈ, ਫਸਲ ਬੀਜਣੀ ਹੈ, ਉਹਦੇ ਵਾਸਤੇ ਬੈਲ ਚਾਹੀਦੇ ਨੇ, ਉਹ ਬੈਲ ਗਾਂ ਤੋਂ ਪੈਦਾ ਹੋਣਗੇ। ਮੈਂ ਸਿਰਫ ਗੱਲ ਇੰਨੀ ਹੀ ਕਰਦਾ ਕਿ ਇਹ ਗਊ ਵੱਧ ਅਤੇ ਸਿੱਖਾਂ ਦਾ ਜਦੋਂ ਰਾਜ ਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ, ਉਹਨਾਂ ਨੇ ਵੀ ਬੜੇ ਜ਼ੋਰ ਨਾਲ ਇਸ ਗੱਲ 'ਤੇ ਪਾਬੰਦੀ ਲਾਈ ਸੀ ਕਿ ਕਿਸੇ ਨੂੰ ਵੀ ਪੰਜਾਬ ਵਿੱਚ ਗਊ ਵੱਧ ਨਹੀਂ ਕਰਨ ਦਿੱਤਾ ਜਾਏਗਾ। ਸਿੱਖ ਇਸ ਗੱਲ 'ਤੇ ਬਹੁਤ ਪਹਿਰਾ ਦਿੱਤਾ ਸਿੱਖਾਂ ਨੇ ਵੀ। ਗੁਰਬਾਣੀ ਵਿੱਚ ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਪਹਿਲਾਂ ਤੁਕਾਂ ਮੈਂ ਪੜ੍ਹ ਕੇ ਸੁਣਾਈਆਂ ਉਗਰਦੰਤੀ ਦੀ ਹੈ, ਉਹ ਸਤਿਗੁਰੂ ਗੋਬਿੰਦ ਸਿੰਘ ਜੀ ਉਚਾਰਨ ਕੀਤੀ ਹੈ। ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ 360 ਪੰਨੇ 'ਤੇ ਉਹ ਲਿਖਿਆ ਹੈ, ਸਕਤਾ ਸੀ ਮਾਰੇ ਪੈ ਵੱਗੇ ਖਸਮਾ ਸਾ ਪੁਰਸਾਈ। ਜੇ ਕਿਸੇ ਜਿਵੇਂ ਜੇ ਕੋਈ ਸ਼ੇਰ ਹੁੰਦਾ ਹੈ, ਉਹ ਜਦੋਂ ਗਊਆਂ ਦੇ ਵੱਗ ਦੇ ਉੱਤੇ ਪੈ ਜਾਏਗਾ, ਹਮਲਾ ਕਰੇਗਾ, ਅਤੇ ਉਹਦੇ ਜਾ ਕੇ ਪੁੱਛਗਿੱਛ ਹੋਏਗੀ, ਉਹਦੇ ਮਾਲਕ ਨੂੰ ਪੁੱਛਿਆ ਜਾਏਗਾ। ਇਹੀ ਹੁਣ ਪ੍ਰਸੰਗ ਅੱਜ ਇੱਥੇ ਪਹੁੰਚ ਚੁੱਕਾ ਸੀ ਕਿ ਪੰਜਾਬ ਵਿੱਚ ਜਦੋਂ 1845 ਅਤੇ 46 ਦੇ ਆਸ-ਪਾਸ ਜਦੋਂ ਅੰਗਰੇਜ਼ਾਂ ਨੇ ਹਮਲਾ ਕੀਤਾ, ਮੁਦਕੀ ਦੀ ਜੰਗ ਹੋਈ, ਉਦੋਂ ਸਿੱਖ ਹਾਰ ਗਏ। ਉਹਨਾਂ ਨੇ ਥੋੜ੍ਹੇ ਜਿਹੇ ਹਿੱਸੇ 'ਤੇ ਕਬਜ਼ਾ ਕਰ ਲਿਆ। ਹਲੇ ਪ੍ਰੋਪਰ ਕਬਜ਼ਾ ਨਹੀਂ ਸੀ ਹੋਇਆ ਅੰਗਰੇਜ਼ਾਂ ਦਾ ਪੰਜਾਬ 'ਤੇ। ਮਹਾਰਾਜਾ ਦਲੀਪ ਸਿੰਘ ਹਲੇ ਨਾਬਾਲਗ ਨਹੀਂ ਸੀ ਹੋਇਆ। ਇਸ ਕਰਕੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਰਾਜ ਟੈਂਪਰੇਰੀ ਤੌਰ 'ਤੇ ਕਰਾਂਗੇ, ਜਦੋਂ ਮਹਾਰਾਜਾ ਦਲੀਪ ਸਿੰਘ ਵੱਡਾ ਹੋ ਜਾਏਗਾ ਫਿਰ ਅਸੀਂ ਉਸ ਨੂੰ ਰਾਜ ਦੇ ਦੇਵਾਂਗੇ। ਇਹ ਗੱਲ ਉਹਨਾਂ ਨੇ ਗੱਲ ਕਰਕੇ 21 ਅਪ੍ਰੈਲ 1846 ਨੂੰ ਦੇ ਆਸ-ਪਾਸ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਪੰਜਾਬ ਵਿੱਚ ਗਊ ਵੱਧ ਨਹੀਂ ਕਰਨ ਦਾਂਗੇ। 21 ਅਪ੍ਰੈਲ 1846 ਦੇ ਆਸ-ਪਾਸ ਜਿਹੜਾ ਤੋਪਖਾਨੇ ਦਾ ਸੰਤਰੀ ਸੀ, ਇੱਕ ਗਊਆਂ ਦਾ ਵੱਗ ਜਾ ਰਿਹਾ ਸੀ ਲਾਹੌਰ ਵਿੱਚ, ਉਹਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਅਤੇ ਜਿਹਦੇ ਵਿੱਚੋਂ 3-4 ਗਊਆਂ ਬੁਰੀ ਤਰ੍ਹਾਂ ਜ਼ਖਮੀਆਂ ਹੋ ਗਈਆਂ ਅਤੇ ਜਿਹੜੇ ਸ਼ਹਿਰ ਦੇ ਲੋਕ ਸਨ, ਹਿੰਦੂ ਸਿੱਖ, ਬਹੁਤ ਭੜਕੇ ਇਸ ਗੱਲੋਂ ਕਿ ਤੁਸੀਂ ਬੇਦੋਸ਼ੀਆਂ ਗਾਵਾਂ ਦੇ ਉੱਤੇ ਕਿਉਂ ਹਮਲਾ ਕੀਤਾ ਹੈ। ਸਾਰੇ ਸ਼ਹਿਰ ਵਿੱਚ, ਲਾਹੌਰ ਵਿੱਚ ਹੜਤਾਲ ਹੋ ਗਈ। ਰੈਜ਼ੀਡੈਂਟ ਹੈਨਰੀ ਲਾਰੈਂਸ ਲਾਹੌਰ ਪਹੁੰਚਿਆ ਇਸ ਹੜਤਾਲ ਨੂੰ ਖ਼ਤਮ ਕਰਨ ਵਾਸਤੇ। ਬੜੀ ਸ਼ਾਂਤੀ ਨਾਲ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਇਸ ਗੱਲ ਨੂੰ ਦਬਾ ਦੇਵਾਂਗਾ, ਪਰ ਜਦੋਂ ਉਹ ਲੋਕਾਂ ਦੇ ਘਰਾਂ ਦੇ ਕੋਲੋਂ ਦੀ ਲੰਘ ਕੇ ਜਾ ਰਿਹਾ ਸੀ, ਲੋਕਾਂ ਨੇ ਛੱਤਾਂ 'ਤੇ ਖਲੋ ਕੇ
ਉਸ ਉੱਤੇ ਵੱਟੇ ਇੱਟਾਂ ਮਾਰੀਆਂ। ਉਹ ਗੁੱਸੇ ਵਿੱਚ ਆ ਗਿਆ। ਗੁੱਸੇ ਵਿੱਚ ਆਏ ਨੇ ਦੱਤ ਬ੍ਰਾਹਮਣ ਅਤੇ ਰੁਲੀਆ ਮਿਸ਼ਰ 2 ਬੰਦਿਆਂ ਨੂੰ ਫੜ ਕੇ ਮੌਤ ਦੀ ਸਜ਼ਾ ਸੁਣਾਈ। 2 ਹੋਰਾਂ ਨੂੰ ਅੰਗਰੇਜ਼ੀ ਰਾਜ ਵਿੱਚ ਜਲਾ ਵਤਨ ਕੀਤਾ, ਭਾਵ ਕਿਸੇ ਹੋਰ ਕੰਟਰੀ ਵਿੱਚ ਜਿੱਥੇ ਅੰਗਰੇਜ਼ ਦਾ ਹੀ ਰਾਜ ਹੋਵੇ ਉੱਥੇ ਭੇਜ ਦਿੱਤਾ ਉਹਨਾਂ ਨੂੰ। 2 ਹੋਰਨਾਂ ਨੂੰ ਲੋਹੇ ਦੀਆਂ ਬੇੜੀਆਂ ਪਾ ਕੇ ਮੂੰਹ ਕਾਲਾ ਕਰਕੇ ਸਾਰੇ ਸ਼ਹਿਰ ਵਿੱਚ ਫੇਰਿਆ ਗਿਆ ਕਿ ਲੋਕਾਂ ਦੇ ਮਨ ਦੇ ਵਿੱਚ ਡਰ ਬੈਠ ਜਾਵੇ ਕਿ ਅਸੀਂ ਅੰਗਰੇਜ਼ਾਂ ਦੇ ਖਿਲਾਫ ਨਹੀਂ ਬੋਲਣਾ। ਜਿਸ ਮਕਾਨ ਦੇ ਉੱਤੇ ਖਲੋ ਕੇ ਇੱਟਾਂ ਰੋੜੇ ਮਾਰੇ ਗਏ ਸਨ ਉਹ ਮਕਾਨ ਢਾਹ ਦਿੱਤਾ, ਅਤੇ ਜਿਸ ਸੰਤਰੀ ਨੇ ਗਊਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਸੀ ਉਸ ਨੂੰ ਸਿਰਫ ਤਾੜਨਾ ਹੀ ਕੀਤੀ ਗਈ ਕਿ ਤੂੰ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ। ਇਸ ਤੋਂ ਬਾਅਦ ਉਹਨੂੰ ਕੁਝ ਵੀ ਨਾ ਆਖਿਆ ਗਿਆ। ਇਸ ਤਰ੍ਹਾਂ ਦੀਆਂ ਨੀਤੀਆਂ ਹੌਲੀ ਹੌਲੀ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨੇ ਬਦਲਣੀਆਂ ਸ਼ੁਰੂ ਕਰ ਦਿੱਤੀਆਂ। ਕਵੀ ਜੀਵਨ ਸਿੰਘ ਜੀ ਦਾ ਪ੍ਰਸੰਗ ਸੁਣੀਏ ਨਾ, ਅੰਮ੍ਰਿਤਸਰ ਵਾਲਾ, ਉਹ ਬੜੇ ਵਧੀਆ ਸ਼ਬਦਾਂ ਨਾਲ ਸ਼ੁਰੂਆਤ ਕਰਦੇ ਨੇ। ਉਹ ਕਹਿੰਦੇ ਨੇ ਜਦੋਂ ਕਿਸੇ ਕੌਮ ਦੇ ਉੱਤੇ ਕਬਜ਼ਾ ਕਰ ਲਈਏ, ਫਿਰ ਉਹਨਾਂ ਨੇ ਅੰਗਰੇਜ਼ਾਂ ਨੇ ਇਹ ਵੇਖਿਆ ਕਿ ਹੁਣ ਅਸੀਂ ਪੰਜਾਬ ਦੇ ਉੱਤੇ ਕਾਬਜ਼ ਤੇ ਹੋ ਗਏ ਹਾਂ, ਇਹ ਕਦੀ ਸਾਡੇ ਖਿਲਾਫ ਆਵਾਜ਼ ਚੁੱਕ ਸਕਦੇ ਨੇ। ਜਦੋਂ ਤੁਹਾਨੂੰ ਪਰਖਣਾ ਹੋਵੇ, ਤੁਹਾਡੀ ਗੁਲਾਮੀਅਤ ਦੇ ਲੈਵਲ ਨੂੰ ਪਰਖਣਾ ਹੋਵੇ ਵੀ ਤੁਸੀਂ ਕਿੰਨੇ ਕੁ ਗੁਲਾਮ ਹੋ ਚੁੱਕੇ ਹੋ, ਫਿਰ ਤੁਹਾਡੇ ਧਰਮ 'ਤੇ ਵਾਰ ਕੀਤਾ ਜਾਂਦਾ ਹੈ, ਤੁਹਾਡੇ 'ਤੇ ਧਾਰਮਿਕ ਵਾਰ ਕੀਤਾ ਜਾਏਗਾ। ਇਸ ਕਰਕੇ ਅੰਗਰੇਜ਼ਾਂ ਨੇ ਉਸ ਸਮੇਂ ਡਿਵਾਈਡ ਐਂਡ ਰੂਲ ਦੀ ਉਹਨਾਂ ਦੀ ਨੀਤੀ ਬਹੁਤ ਚੱਲਦੀ ਸੀ। ਉਸ ਨੀਤੀ ਦੇ ਤਹਿਤ ਪਹਿਲਾਂ ਕਿ ਪੰਜਾਬ ਵਿੱਚ, ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸੀ 40 ਸਾਲ ਰਾਜ ਰਿਹਾ, ਉਹਨਾਂ ਨੇ ਪੰਜਾਬ ਵਿੱਚ ਗਊ-ਵਧ ਨਹੀਂ ਹੋਣ ਦਿੱਤਾ। ਮੁਸਲਮਾਨਾਂ ਨੇ 3 ਦਹਾਕੇ 30-35 ਸਾਲ 40 ਸਾਲ ਮਾਸ ਨਹੀਂ ਸੀ ਖਾਧਾ, ਮਾਸ ਦੀ ਵਰਤੋਂ ਪੰਜਾਬ 'ਚ ਨਹੀਂ ਸੀ ਕੀਤੀ ਜਾਂਦੀ, ਅਤੇ ਫਿਰ ਵੀ ਹਿੰਦੂ ਅਤੇ ਮੁਸਲਮਾਨ ਜਿਹੜੇ ਸਨ ਉਹ ਇਕੱਠੇ ਰਹਿੰਦੇ ਸਨ ਬਿਨਾਂ ਕਿਸੇ ਲੜਾਈ ਝਗੜੇ ਤੋਂ। ਪਰ ਅੰਗਰੇਜ਼ਾਂ ਨੇ ਆਣ ਕੇ ਉਹਨਾਂ ਨੇ ਇਹਨਾਂ 'ਤੇ ਧਾਰਮਿਕ ਵਾਰ ਕਰਨ ਵਾਸਤੇ ਮੁਸਲਮਾਨਾਂ ਨੂੰ ਥੋੜ੍ਹੀ ਜਿਹੀ ਸ਼ਹਿ ਦਿੱਤੀ ਕਿ ਤੁਸੀਂ ਬੁੱਚੜਖਾਨੇ ਖੋਲ੍ਹੋ, ਅਸੀਂ ਤੁਹਾਨੂੰ ਪਰਮਿਸ਼ਨ ਦਿੰਦੇ ਹਾਂ। ਅਤੇ ਹਿੰਦੂਆਂ ਨੇ ਇਸ ਗੱਲ ਤੋਂ ਭੜਕਣਾ ਹੀ ਸੀ, ਮਤਲਬ ਕਿ ਉਹਨਾਂ ਨੇ ਇੱਕ ਪੱਖ 'ਚ ਖਲੋ ਕੇ ਦੂਸਰੇ ਪੱਖ 'ਤੇ ਧਾਰਮਿਕ ਵਾਰ ਕੀਤਾ। ਇਸ ਤਰ੍ਹਾਂ ਦੀ ਉਹਨਾਂ ਦੀ ਡਿਵਾਈਡ ਐਂਡ ਰੂਲ ਦੀ ਜਿਹੜੀ ਉਹਨਾਂ ਨੇ ਆਪਣੀ ਨੀਤੀ ਅਪਣਾਈ। 24 ਮਾਰਚ 1847 ਨੂੰ ਹੈਨਰੀ ਲਾਰੈਂਸ ਨੇ ਗਵਰਨਰ ਦਾ ਪੰਜਾਬ ਦੇ ਗਵਰਨਰ ਦਾ ਹੁਕਮ ਤਾਂਬੇ ਦੀ ਪੱਤੀ 'ਤੇ ਲਿਖ ਕੇ ਦਰਬਾਰ ਸਾਹਿਬ ਦੇ ਬਾਹਰ ਲਟਕਾਇਆ। ਕੋਈ ਵੀ ਵਿਅਕਤੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਾਂ ਹੋਰ ਕਿਸੇ ਵੀ ਗੁਰਦੁਆਰੇ ਵਿੱਚ ਜੁੱਤੀ ਪਾ ਕੇ ਨਹੀਂ ਜਾ ਸਕਦਾ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗਊ-ਵਧ ਨਹੀਂ ਕੀਤੀ ਜਾਵੇਗੀ। ਇਹ 2 ਗੱਲਾਂ ਲਿਖ ਕੇ 1847 ਵਿੱਚ ਉਹਨਾਂ ਨੇ ਲਾ ਦਿੱਤੀਆਂ। ਪੂਰੇ 2 ਸਾਲ ਬਾਅਦ 29 ਮਾਰਚ 1849 ਨੂੰ ਲਾਰਡ ਡਲਹੌਜੀ ਜਿਹੜਾ ਸੀ ਉਹ ਪੰਜਾਬ ਦਾ ਗਵਰਨਰ ਬਣਿਆ, ਇਹ ਹਿੰਦੁਸਤਾਨ ਦਾ ਗਵਰਨਰ ਬਣਿਆ 1848 ਵਿੱਚ, ਅਤੇ ਉਹਨੇ ਇੱਕ ਸੁਨੇਹਾ ਭੇਜਿਆ ਕਿ ਹੁਣ ਬੇਖੌਫ ਹੋ ਕੇ ਤੁਸੀਂ ਰਹੋ ਪੰਜਾਬ ਵਿੱਚ, ਤੁਹਾਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ। 1849 ਵਿੱਚ 1849 ਵਿੱਚ ਉਹਨਾਂ ਨੇ ਜਿਹੜੀ ਸਿੱਖ ਖਾਲਸਾ ਫੌਜ ਸੀ ਉਹਨਾਂ ਕੋਲੋਂ ਹਥਿਆਰ ਲੈ ਲਏ ਅਤੇ ਸਾਰਿਆਂ ਨੂੰ ਘਰੋਂ ਘਰੀ ਭੇਜ ਦਿੱਤਾ। ਖਾਲਸਾ ਫੌਜ ਖਤਮ ਕਰ ਦਿੱਤੀ ਪੰਜਾਬ 'ਚੋਂ। 1849 ਵਿੱਚ ਹੀ ਬਾਬਾ ਜਮੀਤ ਸਿੰਘ ਜਿਹੜੇ ਸਨ ਗਿੱਲਾਂ ਵਾਲੇ, ਉਹ ਫੌਜ ਨੂੰ ਛੱਡ ਕੇ ਆਪਣੇ ਗਿੱਲੀ ਪਿੰਡ ਗਏ ਸਨ। ਕਈ ਸਿੱਖ ਜਿਹੜੇ ਸਨ, ਅੱਗੇ ਜ਼ਿਕਰ ਆਏਗਾ ਰਾਜਾ ਸਿੰਘ ਤਰਾਂਡੀ ਜੀ ਦਾ, ਉਹ ਬਾਅਦ ਸੂਬਾ ਵੀ ਥਾਪਿਆ ਗਿਆ, ਉਹ ਵੀ ਫੌਜ ਵਿੱਚ ਸਨ, ਉਹ ਵੀ ਫੌਜ ਛੱਡ ਕੇ ਉਦੋਂ ਗਏ ਸਨ। ਇਹ ਸਾਗੂ ਰਾਮ ਸਿੰਘ ਜੀ ਦੇ ਨਾਲ ਫੌਜ ਵਿੱਚ ਸਨ, ਬਾਬਾ ਜਮੀਤ ਸਿੰਘ ਜੀ, ਰਾਜਾ ਸਿੰਘ ਜੀ ਤਰਾਂਡੀ। ਪਰ ਜਦੋਂ ਅੰਗਰੇਜ਼ ਪੰਜਾਬ 'ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਕਰ ਲਿਆ, ਪੰਜਾਬ ਦਾ ਰਾਜ ਉਹਨਾਂ ਨੇ ਆਪਣੇ ਹੱਥ ਵਿੱਚ ਫੜ ਲਿਆ, ਇਹ ਜਿਹੜੀ ਫੱਟੀ ਲਿਖੀ ਹੋਈ ਸੀ ਦਰਬਾਰ ਸਾਹਿਬ ਦੇ ਬਾਹਰ, ਉਹਨਾਂ ਨੇ ਇਸ ਨੂੰ ਪੁੱਟ ਦਿੱਤਾ। ਅਤੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸਿਪਾਹੀ ਸਨ ਉਹ ਜੁੱਤੀਆਂ ਪਾ ਕੇ ਜਾਣ ਲੱਗ ਪਏ। ਉਹਨਾਂ ਨੇ ਸਾਰੇ ਕਾਨੂੰਨਾਂ ਨੂੰ ਸਿੱਕੇ 'ਤੇ ਟੰਗ ਦਿੱਤਾ। ਉਸ ਸਮੇਂ 1849 ਵਿੱਚ ਬੁੱਚੜਖਾਨੇ ਦੀ ਪਰਮਿਸ਼ਨ ਦਿੱਤੀ ਗਈ ਕਿ ਸ਼ਹਿਰੋਂ ਬਾਹਰ ਬੁੱਚੜਖਾਨਾ ਲਾ ਲਿਆ ਜਾਵੇ, ਗਊ ਮਾਸ ਖੁੱਲ੍ਹੇਆਮ ਹੋਕਾ ਦੇ ਕੇ ਨਾ ਵੇਚਿਆ ਜਾਵੇ। ਭਾਵ ਤੁਸੀਂ ਸ਼ਹਿਰ ਤੋਂ ਬਾਹਰ ਬੁੱਚੜਖਾਨਾ ਲਾਇਆ, ਪਹਿਲਾ ਬੁੱਚੜਖਾਨਾ ਉਹਨਾਂ ਨੇ, ਉਹਦੇ ਵਿੱਚ ਕੀ ਕਰ ਦਿੱਤਾ ਸੀ
ਕਿ ਮਾਸ ਜਦੋਂ ਬੁੱਚੜਖਾਨੇ 'ਚੋਂ ਖਰੀਦ ਕੇ ਤੁਸੀਂ ਲੈ ਕੇ ਆਉਣਾ ਹੈ ਤਾਂ ਤੁਸੀਂ ਕੱਪੜੇ ਵਿੱਚ ਲਪੇਟ ਕੇ ਲੈ ਕੇ ਆਉਣਾ ਹੈ। ਤੁਸੀਂ ਖੁੱਲ੍ਹੇਆਮ ਕਿਸੇ ਭਾਂਡੇ ਵਿੱਚ ਕਿਸੇ ਚੀਜ਼ ਵਿੱਚ ਰੱਖ ਕੇ ਨਹੀਂ ਲਿਆ ਸਕਦੇ। ਤੁਸੀਂ ਉਹਨੂੰ ਢੱਕ ਕੇ ਹੀ ਸ਼ਹਿਰ ਵਿੱਚ ਮਾਸ ਲੈ ਕੇ ਆਓਗੇ। ਇਸ ਤਰ੍ਹਾਂ ਦੇ ਉਹਨਾਂ ਨੇ ਸਟਾਰਟਿੰਗ ਵਿੱਚ ਰੂਲ ਬਣਾਏ, ਇੱਕਦਮ ਐਡੇ ਸਖਤ ਵੀ ਰੂਲ ਨਾ ਬਣਾਏ। ਫਿਰ ਅੰਗਰੇਜ਼ਾਂ ਨੇ ਟੈਕਸ ਵਧਾ ਦਿੱਤਾ ਮਾਸ ਦੇ ਉੱਤੇ, ਗਊ ਮਾਸ 'ਤੇ ਟੈਕਸ ਵਧਾ ਦਿੱਤਾ। ਮੁਸਲਮਾਨਾਂ ਨੇ ਆਖਿਆ ਕਿ ਅਸੀਂ ਟੈਕਸ ਦੇਣ ਨੂੰ ਤਿਆਰ ਹਾਂ, ਪਰ ਸ਼ਹਿਰ ਤੋਂ ਬਾਹਰ ਬੁੱਚੜਖਾਨਾ ਹੋਣ ਕਰਕੇ ਸਾਨੂੰ ਦੂਰ ਜਾਣਾ ਪੈਂਦਾ, ਲੈ ਕੇ ਆਉਣਾ ਪੈਂਦਾ, ਸਾਡੀ ਵਿਕਰੀ ਘੱਟ ਹੁੰਦੀ ਹੈ। ਤੁਸੀਂ ਸਾਨੂੰ ਪਰਮਿਸ਼ਨ ਦਿਓ ਸ਼ਹਿਰ ਦੇ ਵਿੱਚ ਬੁੱਚੜਖਾਨਾ ਖੋਲ੍ਹਣ ਦੀ, ਅਸੀਂ ਤੁਹਾਨੂੰ ਟੈਕਸ ਵੱਧ ਦੇਣ ਨੂੰ ਤਿਆਰ ਹਾਂ। ਹੁਣ ਉਹਨਾਂ ਨੇ ਬੁੱਚੜਖਾਨੇ ਦੀ ਪਰਮਿਸ਼ਨ ਦਿੱਤੀ ਕਿ ਤੁਸੀਂ ਅੰਮ੍ਰਿਤਸਰ ਸ਼ਹਿਰ ਵਿੱਚ ਬੁੱਚੜਖਾਨਾ ਖੋਲ੍ਹ ਸਕਦੇ ਹੋ। ਹੁਣ ਇਹ ਬੁੱਚੜਖਾਨਾ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਉਹਨਾਂ ਨੇ ਕਿੱਥੇ ਖੋਲ੍ਹਿਆ? ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਘੰਟਾ ਘਰ ਸੀ। ਘੰਟਾ ਘਰ ਦੇ ਨਾਲ ਪਰਿਕਰਮਾ ਦੇ ਬਿਲਕੁਲ ਨਾਲ ਕੰਧ ਜੁੜਦੀ ਸੀ ਬੁੱਚੜਖਾਨੇ ਦੀ। ਉਸ ਥਾਂ 'ਤੇ ਉਹਨਾਂ ਨੇ ਬੁੱਚੜਖਾਨੇ ਦੀ ਪਰਮਿਸ਼ਨ ਦੇ ਕੇ ਬੁੱਚੜਖਾਨਾ ਖੋਲ੍ਹਿਆ। ਹੁਣ ਜਦੋਂ ਇੱਥੇ ਬੁੱਚੜਖਾਨਾ ਖੋਲ੍ਹਿਆ ਗਿਆ, ਹਿੰਦੂਆਂ ਨੇ ਬਹੁਤ ਅਰਜ਼ੀਆਂ ਪਾਈਆਂ ਕਿ ਤੁਸੀਂ ਇਹ ਕੰਮ ਨਾ ਕਰੋ। ਕੋਸ਼ਿਸ਼ ਕੀਤੀ, ਨਿਹੰਗਾਂ ਨੇ ਵੀ ਆਖਿਆ, ਪਰ ਉਹਨਾਂ ਨੇ ਕਿਸੇ ਦੀ ਗੱਲ ਨਾ ਮੰਨੀ। ਸੂਬਾ ਰਾਜਾ ਸਿੰਘ ਤਰਾਂਡੀ, ਜਿਨ੍ਹਾਂ ਦਾ ਮੈਂ ਹੁਣੇ ਜ਼ਿਕਰ ਕਰ ਰਿਹਾ ਸੀ, ਉਹ ਸਾਧੂ ਰਾਮ ਸਿੰਘ ਜੀ ਨਾਲ ਫੌਜ ਵਿੱਚ ਵੀ ਰਹੇ ਸਨ। ਉਹਨਾਂ ਨੇ ਜਾ ਕੇ, ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਵੀ ਉਹਨਾਂ ਨੇ ਜਾ ਕੇ ਪਹਿਲਾਂ ਹਿੰਦੂਆਂ ਨੂੰ ਆਖਿਆ ਵੀ ਤੁਸੀਂ ਸਾਡੇ ਨਾਲ ਚੱਲੋ, ਅਸੀਂ ਤੁਹਾਡੇ ਨਾਲ ਰਲਦੇ ਹਾਂ, ਆਪਾਂ ਇਹ ਬੁੱਚੜਾਂ ਨੂੰ ਵੱਢੀਏ। ਉਹਨਾਂ ਨੇ ਕਿਹਾ ਜੀ ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ। ਫਿਰ ਉਹ ਨਿਹੰਗਾਂ ਕੋਲ ਗਏ। ਨਿਹੰਗਾਂ ਨੇ ਆਖਿਆ ਜੀ ਸਾਨੂੰ ਕੁਝ ਨਹੀਂ ਫੁਰਦੀ। ਬਾਹੂਵਾਲ ਜੀ ਸ਼ਬਦਾਂ ਵਿੱਚ ਲਿਖਦੇ ਨੇ ਕਿ ਸਾਨੂੰ ਕੁਝ ਨਹੀਂ ਫੁਰਦੀ। ਉਹਨਾਂ ਨੇ ਇਸ ਤਰ੍ਹਾਂ ਅੱਗੋਂ ਨਿਹੰਗਾਂ ਨੇ ਮਨਾ ਕੀਤਾ। ਉਹ ਨਿਰਮਲਿਆਂ ਕੋਲ ਗਏ ਅਤੇ ਨਿਰਮਲਿਆਂ ਨੇ ਵੀ ਇਹੀ ਗੱਲ ਆਖਤੀ ਕਿ ਜਿਹੜਾ ਗਾਂ ਨੂੰ ਮਾਰਦਾ ਜਾਂ ਗਾਂ ਦੀ ਪਾਲਣਾ ਕਰਦਾ, ਸਾਡੇ ਵਾਸਤੇ ਦੋਨੇ ਇੱਕੋ ਸਮਾਨ ਨੇ। ਅਸੀਂ ਕਿਸੇ ਨੂੰ ਵੀ ਕੁਝ ਨਹੀਂ ਆਖਦੇ, ਅਸੀਂ ਕਿਸੇ ਦੇ ਵੀ ਪੱਖ 'ਚ ਨਹੀਂ ਖਲੋਣਾ। ਪੁਜਾਰੀਆਂ ਨੂੰ ਕਿਹਾ, ਪੁਜਾਰੀਆਂ ਨੇ ਵੀ ਨਾ ਕਰ ਦਿੱਤੀ। ਫਿਰ ਰਾਜਾ ਸਿੰਘ ਜੀ ਜਿਹੜੇ ਇਹ ਬਾਅਦ 'ਚ ਸੂਬਾ ਵੀ ਇਹਨਾਂ ਨੂੰ, ਉਸ ਵੇਲੇ ਤਾਂ ਸੂਬੇ ਥਾਪ ਦਿੱਤੇ ਸਨ ਸਾਧੂ ਰਾਮ ਸਿੰਘ ਜੀ ਨੇ। ਸੂਬਾ ਰਾਜਾ ਸਿੰਘ ਜੀ ਤਰਾਂਡੀ, ਇਹ ਫਿਰ ਪਟਿਆਲੇ ਵਾਲੇ ਰਾਜੇ ਕੋਲ ਗਏ, ਨਾਭੇ ਵਾਲੇ ਕੋਲ ਗਏ, ਸੰਗਰੂਰ, ਫਰੀਦਕੋਟ, ਕਪੂਰਥਲਾ, ਸਾਰੇ ਰਾਜਿਆਂ ਕੋਲ ਗਏ। ਉਹਨਾਂ ਨੂੰ ਜਾ ਕੇ ਆਖਿਆ ਕਿ ਸ਼ਹਿਰ ਵਿੱਚ ਬੁੱਚੜਖਾਨਾ ਖੁੱਲ੍ਹ ਗਿਆ, ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਾਲ ਖੁੱਲ੍ਹਿਆ। ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਹੈ, ਉਹਦੇ ਉੱਤੇ ਕਾਂ, ਇੱਲਾਂ, ਉਹ ਜਾ ਕੇ ਬੁੱਚੜਖਾਨੇ 'ਚੋਂ ਹੱਡੀਆਂ ਚੁਗਦੇ ਸਨ, ਮਾਸ ਦੇ ਟੁਕੜੇ ਚੁਗਦੇ ਸਨ। ਉਹ ਫਿਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਕੰਧ ਦੇ ਉੱਤੇ ਬੈਠ ਕੇ ਉਹ ਖਾਂਦੇ ਸਨ ਜਾਨਵਰ। ਜਦੋਂ ਉਹ ਖਾਂਦੇ ਸਨ, ਅਕਸਰ ਨੂੰ ਜਾਨਵਰ ਹੈ ਉਹ ਖਾ ਰਿਹਾ ਹੈ, ਜਦੋਂ ਉਹਦੇ ਕੋਲੋਂ ਥੋੜ੍ਹਾ ਜਿਹਾ ਲੂਜ਼ ਹੋ ਗਿਆ ਮਾਸ, ਉਹਦੇ ਮੂੰਹ 'ਚੋਂ ਡਿੱਗ ਜਾਣਾ। ਉਹਨੇ ਡਿੱਗਣਾ ਕਿੱਥੇ ਹੈ? ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ। ਅਤੇ ਜਾਂ ਜਦੋਂ ਜਾਨਵਰ ਨੇ ਸੋਚਿਆ ਮੈਂ ਇਹਨੂੰ ਇੱਥੋਂ ਲੈ ਕੇ ਉੱਡ ਕੇ ਕਿਤੇ ਹੋਰ ਜਾ ਕੇ ਖਾ ਲਵਾਂ, ਉਹ ਜਦੋਂ ਉੱਡਦਾ ਸੀ ਜਾਨਵਰ, ਉਹਨੂੰ ਹਰਿਮੰਦਰ ਸਾਹਿਬ ਦੇ ਉੱਤੋਂ ਦੀ ਜਾਣਾ ਪੈਂਦਾ ਸੀ। ਜਦੋਂ ਉੱਪਰੋਂ ਦੀ ਲੰਘਦਾ ਸੀ, ਕਈ ਵਾਰ ਮੂੰਹ 'ਚੋਂ ਬੁਰਕੀ ਜਿਹੜੀ ਮਾਸ ਦਾ ਟੁਕੜਾ ਸੀ ਉਹ ਛੁੱਟ ਜਾਂਦਾ ਸੀ, ਉਹ ਸਰੋਵਰ ਵਿੱਚ ਜਾਂ ਪਰਿਕਰਮਾ ਵਿੱਚ ਡਿੱਗਦਾ ਸੀ ਜਾ ਕੇ। ਇਹ ਬੇਅਦਬੀ ਸਿੰਘਾਂ ਨੇ ਦੇਖੀ। ਉਹਨਾਂ ਨੇ ਇਸ ਕਰਕੇ ਜਾ ਕੇ ਰਾਜਿਆਂ ਨੂੰ, ਨਿਹੰਗਾਂ ਨੂੰ, ਪੁਜਾਰੀਆਂ ਨੂੰ, ਜਿਨ੍ਹਾਂ ਨੇ ਨਾਮਧਾਰੀਆਂ ਨੂੰ ਆਖਿਆ ਤੁਸੀਂ ਤਨਖਾਹੀਏ ਹੋ, ਤੁਹਾਨੂੰ ਧਰਮ ਰੱਖਣ ਦੀ, ਤੁਸੀਂ ਮੁਸਲਮਾਨ ਕਲਾਮ ਪੜ੍ਹਦੇ ਹੋ, ਉਹਨਾਂ ਸਾਰਿਆਂ ਨੂੰ ਆਖਿਆ ਕਿ ਇਹ ਬਹੁਤ ਬੇਅਦਬੀ ਹੁੰਦੀ ਹੈ, ਤੁਸੀਂ ਸਾਡੇ ਨਾਲ ਰਲੋ, ਅਸੀਂ ਵੀ ਰਲਦੇ ਹਾਂ, ਆਪਾਂ ਸਾਰੇ ਇਕੱਠੇ ਰਲ ਕੇ ਇਹਨਾਂ ਨੂੰ ਮਨਾ ਕਰੀਏ ਕਿ ਬੁੱਚੜਖਾਨਾ ਬੰਦ ਕੀਤਾ ਜਾਵੇ। ਨਿਹੰਗਾਂ ਨੇ ਕੋਸ਼ਿਸ਼ ਵੀ ਕੀਤੀ, ਅਰਜੀ ਵੀ ਪਾਈ, ਹਿੰਦੂਆਂ ਨੇ ਅਰਜੀ ਪਾਈ। ਅਰਜੀ ਤੋਂ ਭਾਵ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਕੋਰਟ ਵਿੱਚ ਜਾ ਕੇ, ਜਾਂ ਥਾਣੇਦਾਰ ਨੂੰ ਜਾ ਕੇ ਆਖਿਆ, ਲਿਖਤ ਪੜ੍ਹਤ ਕੀਤੀ, ਪਰ ਉਹ ਕਿਸੇ ਵੀ ਤਰੀਕੇ ਨਾ ਮੰਨੇ। ਅੰਗਰੇਜ਼ਾਂ ਨੇ ਕਹਿ ਦਿੱਤਾ ਜੋ ਮਰਜ਼ੀ ਹੋ ਜਾਵੇ, ਬੁੱਚੜਖਾਨਾ ਇੱਥੇ ਹੀ ਰਹੇਗਾ, ਇਹ ਨਹੀਂ ਹਟੇਗਾ। ਇੱਕ ਦਿਨ ਨਿਹੰਗ ਇਕੱਠੇ ਹੋਏ। ਉਹਨਾਂ ਨੇ ਸੋਚਿਆ ਕਿ ਜਿਹੜੇ ਬੁੱਚੜਖਾਨੇ ਵੱਢਦੇ ਨੇ, ਬੁੱਚੜ ਨੇ ਜਿਹੜੇ, ਉਹਨਾਂ ਦੇ ਜਾ ਕੇ ਘਰ ਢਾਹ ਦਈਏ। ਉਹਨਾਂ ਨੇ 2-3 ਨਿਹੰਗ ਗਏ, ਜਾ ਕੇ ਰਾਤ ਨੂੰ ਉਹਨਾਂ ਦੇ ਜਾ ਕੇ ਘਰ ਢਾਉਣਾ ਸ਼ੁਰੂ ਕਰ ਦਿੱਤਾ। ਉੱਥੇ ਲੜਾਈ ਸ਼ੁਰੂ ਕਰਨੀ ਸੀ, ਜਾ ਰਹੇ ਸੀ ਅਤੇ ਰਸਤੇ ਵਿੱਚੋਂ ਪੁਲਿਸ ਨੇ ਫੜ ਲਿਆ। ਉਹਨਾਂ ਨੂੰ 2-2 ਮਹੀਨੇ ਦੀ ਸਜ਼ਾ, ਦਿੱਤੀ ਗਈ ਅਤੇ ਜ਼ਮਾਨਤਾਂ ਦੇ ਕੇ, ਕਈਆਂ ਨੂੰ 2 ਸਾਲ ਦੀ ਸਜ਼ਾ ਦੇ ਕੇ ਜ਼ਮਾਨਤਾਂ 'ਤੇ ਫਿਰ ਬਾਅਦ ਵਿੱਚ ਛੱਡੇ। ਇੱਕ ਮੁਸਲਮਾਨ ਆਇਆ, ਉਹਨੇ ਆਣ ਕੇ ਦਰਬਾਰ ਸਾਹਿਬ ਦੇ ਵਿੱਚ ਹੱਡੀ ਸੁੱਟ ਦਿੱਤੀ। ਪੁਜਾਰੀ ਨੇ ਸੋਚਿਆ ਕਿ ਸ਼ਾਇਦ ਇਹ ਕੋਈ
ਚਾਂਦੀ ਦਾ ਟੁਕੜਾ ਆ। ਉਹਨੇ ਜਦੋਂ ਜਾ ਕੇ ਉਹਨੂੰ ਹੱਥ ਪਾਇਆ ਤੇ ਫਿਰ ਉਹਨੂੰ ਪਤਾ ਲੱਗਾ ਕਿ ਇਹ ਤਾਂ ਹੱਡੀ ਹੈ। ਅਤੇ ਉਹਨੇ ਫਿਰ ਜਾ ਕੇ ਉਸ ਮੁਸਲਮਾਨ ਨੂੰ ਫੜ ਲਿਆ, ਸਿੰਘਾਂ ਨੇ ਫੜ ਲਿਆ, ਕੁੱਟਿਆ ਅਤੇ ਜਾ ਕੇ ਉਹਨੂੰ ਕੋਤਵਾਲ ਭਾਵ ਥਾਣੇ ਵਿੱਚ ਲੈ ਕੇ ਗਏ। ਜਦੋਂ ਉੱਥੇ ਲੈ ਕੇ ਗਏ ਅਤੇ ਉੱਥੇ ਇੱਕ ਹੋਰ ਮੁਸਲਮਾਨ ਸੀ, ਉਹਨੇ ਆਖਿਆ ਕਿ ਗਿਆਨੀਆਂ ਵਾਲੇ ਖੂਹ ਵਿੱਚ ਵੀ ਇੱਕ ਕੁਰੰਗ ਪਿਆ ਹੋਇਆ ਹੈ। ਉਸ ਖੂਹ 'ਚੋਂ ਪਾਣੀ ਲੈਂਦੇ ਸਨ ਸਿੱਖ। ਉਸ ਟਾਈਮ 'ਤੇ ਕੋਈ ਹੋਰ ਸਾਧਨ ਨਹੀਂ ਸੀ। ਜਾ ਕੇ ਵੇਖਿਆ ਅਤੇ ਉਹ ਖੂਹ ਵਿੱਚ ਵੀ ਹੱਡੀਆਂ ਦਾ ਭਾਵ ਇੱਕ ਪਿੰਜਰ ਪਿਆ ਹੋਇਆ ਸੀ ਗਾਂ ਦਾ। ਹੁਣ ਇਹ ਦੋਵੇਂ ਮੁਸਲਮਾਨਾਂ ਨੂੰ ਉਹਨਾਂ ਨੇ ਫੜ ਲਿਆ, ਫੜ ਕੇ ਅਤੇ ਥੋੜ੍ਹਾ ਚਿਰ ਰੱਖ ਕੇ ਅਤੇ 2-2 3-3 ਸਾਲ ਦੀ ਸਜ਼ਾ ਸੁਣਾ ਕੇ ਅਤੇ ਉਹਨਾਂ ਨੂੰ ਜੇਲ੍ਹ ਖਾਨੇ ਵਿੱਚ ਪਾ ਦਿੱਤਾ। ਪਰ ਫਿਰ ਮੁਸਲਮਾਨ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਇਹ ਜਿੰਨਾ ਮਰਜ਼ੀ ਤੁਸੀਂ ਵਿਰੋਧ ਕਰ ਲਵੋ, ਪਰ ਅਸੀਂ ਬੁੱਚੜਖਾਨਾ ਜਿਹੜਾ ਆ ਉਹ ਇੱਥੋਂ ਨਹੀਂ ਹਟਾਵਾਂਗੇ। ਸਿੰਘਾਂ ਨੇ ਇਕੱਤਰ ਹੋਏ, ਆਪਸੀ ਸਲਾਹ ਕੀਤੀ। 10 ਸਿੰਘਾਂ ਦਾ ਨਾਮ ਆਉਂਦਾ ਹੈ: ਫਤਿਹ ਸਿੰਘ ਜੀ, ਬੀਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਮਿਸਤਰੀ, ਝੰਡਾ ਸਿੰਘ, ਲਹਿਣਾ ਸਿੰਘ ਜੱਟ, ਗੁਲਾਬ ਸਿੰਘ, ਭਗਵਾਨ ਸਿੰਘ ਅੜਵੰਗੀ, ਮਿਹਰ ਸਿੰਘ ਅਤੇ ਲਛਮਣ ਸਿੰਘ। ਇਹ 10 ਸਿੰਘਾਂ ਨੇ ਰਲ ਕੇ ਮਤਾ ਪਕਾਇਆ ਕਿ ਆਪਾਂ ਇਹਨਾਂ ਬੁੱਚੜਾਂ 'ਤੇ ਹਮਲਾ ਕਰੀਏ। ਇਹ ਹੁਣ ਕਿਸੇ ਵੀ ਤਰੀਕੇ ਸਾਡੇ ਵੱਸੋਂ ਬਾਹਰ ਹੁੰਦਾ ਜਾਂਦਾ ਹੈ। ਸਾਡੇ ਤੋਂ ਹੁਣ ਇਹ ਬੇਮਰਜ਼ਾਦਗੀ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਹੁੰਦੀ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਦੇਵਾ ਸਿੰਘ ਦਾ ਨਾਮ, ਕਿ ਇੱਕ ਦੇਵਾ ਸਿੰਘ ਨਾਮ ਦੇ ਸਿੱਖ ਨੇ ਜਾ ਕੇ ਹੱਡੀ ਜਾ ਕੇ ਦਰਬਾਰ ਸਾਹਿਬ ਦੇ ਅੱਗੇ ਰੱਖ ਦਿੱਤੀ। ਜਦੋਂ ਉਹ ਜਾ ਕੇ ਉਹਨੇ ਹੱਡੀ ਰੱਖੀ, ਸਿੱਖਾਂ ਨੇ ਉਹਨੂੰ ਫੜ ਲਿਆ ਕਿ ਤੂੰ ਇਹ ਬੇਅਦਬੀ ਕਿਉਂ ਕੀਤੀ ਹੈ। ਉਹ ਕਹਿਣ ਲੱਗਾ ਕਿ ਇਹ ਦਰਬਾਰ ਸਾਹਿਬ ਵਿੱਚ ਡਿੱਗਦੀਆਂ ਨੇ, ਤੁਹਾਨੂੰ ਕਿਸੇ ਨੂੰ ਨਹੀਂ ਦਿਸਦੀਆਂ? ਇੱਥੇ ਪਈ ਤੁਹਾਨੂੰ ਦਿਸਦੀ ਹੈ, ਤੁਹਾਡੇ ਤੋਂ ਥੋੜ੍ਹੇ ਜਿਹੇ ਫੁੱਟ ਬਾਅਦ ਹੀ ਕਿਵੇਂ ਡਿੱਗਦੀਆਂ ਨੇ ਰੋਜ਼, ਫਿਰ ਤੁਸੀਂ ਚੁੱਕਦੇ ਹੋ ਅਤੇ ਤੁਹਾਨੂੰ ਉਹਦੇ ਵਿੱਚ ਕੋਈ ਬੇਅਦਬੀ ਨਜ਼ਰ ਨਹੀਂ ਆਉਂਦੀ। ਉਸ ਦੇਵਾ ਸਿੰਘ ਨੂੰ ਵੀ ਫੜ ਲਿਆ, ਉਹਨੂੰ ਵੀ ਫੜ ਕੇ ਕੁਝ ਮਹੀਨਿਆਂ ਦੀ ਕੈਦ ਦਿੱਤੀ ਗਈ, ਕਿਉਂਕਿ ਉੱਥੇ ਝਗੜਾ ਹੋ ਗਿਆ ਆਪਸ ਹਿੰਦੂਆਂ ਦਾ ਵੀ ਤੂੰ ਇੰਨੀ ਬੇਅਦਬੀ ਕਿਉਂ ਕੀਤੀ, ਇੱਥੇ ਹੱਡੀ ਕਿਉਂ ਲੈ ਕੇ ਆਇਆ। ਉਹ ਝਗੜੇ ਵਜੋਂ ਦੇਵਾ ਸਿੰਘ ਨੂੰ 2-3 ਮਹੀਨਿਆਂ ਦੀ ਕੈਦ ਵੀ ਹੋਈ। ਸੋ ਮੈਂ ਗੱਲ ਕਰ ਰਿਹਾ ਸੀ, ਨਾਮਧਾਰੀ ਸਿੱਖਾਂ ਨੇ ਇਸ ਗੱਲ ਦਾ ਕਿਸੇ ਤੋਂ ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਆਉਂਦਾ ਹੈ ਵੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ, ਉਹਨਾਂ ਨੇ ਆਪਸੀ ਸਲਾਹ ਕੀਤੀ। ਸਲਾਹ ਕਰਕੇ ਉਹ ਇਸ ਹਰਿਮੰਦਰ ਸਾਹਿਬ ਦੀ ਵਿਉਂਤਬੰਦੀ ਬਣਾਉਣੀ ਸ਼ੁਰੂ ਕਰ ਲਈ ਵੀ ਕਿਸ ਤਰ੍ਹਾਂ ਹਮਲਾ ਕੀਤਾ ਜਾਵੇ, ਕਿਸ ਤਰ੍ਹਾਂ ਜਾਇਆ ਜਾਵੇ, ਕਿਉਂਕਿ ਬਾਹਰ ਪਹਿਰਾ ਲੱਗਾ ਹੋਇਆ ਸੀ। ਜਦੋਂ ਉਹ ਗੇਟ ਪਾਰ ਕਰਕੇ ਜਾਣਾ ਪੈਂਦਾ ਸੀ ਘੰਟਾ ਘਰ ਦੇ ਕੋਲੋਂ, ਉੱਥੇ ਰਾਤ ਨੂੰ ਫੌਜ ਦਾ ਪਹਿਰਾ, ਪੁਲਿਸ ਦਾ ਪਹਿਰਾ ਹੁੰਦਾ ਸੀ। ਫਿਰ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਕਿ ਉਹਨਾਂ ਨੇ ਪੌੜੀਆਂ ਲੈ ਕੇ, ਪਰਿਕਰਮਾ ਵੱਲ ਦੀ ਪੌੜੀਆਂ ਲਾ ਕੇ ਉੱਥੋਂ ਦੀ ਰਾਤ ਨੂੰ ਸਿੱਖ ਅੰਦਰ ਵੜੇ। ਲਾਲ ਸਿੰਘ ਸਿਪਾਹੀ ਸੀ, ਉਹਨੇ ਤਲਵਾਰਾਂ ਲੈ ਕੇ ਦਿੱਤੀਆਂ ਸੀ, ਕਿਉਂਕਿ ਸਿਪਾਹੀ ਸੀ। ਉਹਨੇ ਸਰਕਾਰੀ ਜਿੱਥੇ ਹਥਿਆਰ ਹੁੰਦੇ ਨੇ ਉੱਥੋਂ ਇਹਨਾਂ ਨੂੰ ਸਿੱਖਾਂ ਨੂੰ ਤਲਵਾਰਾਂ ਮੁਹੱਈਆ ਕਰਵਾਈਆਂ ਸਨ। ਸਿੱਖ ਜਾ ਕੇ ਰਾਤ ਨੂੰ ਉਹਨਾਂ ਨੇ ਬੁੱਚੜ ਵੱਢੇ, ਰੱਸੀਆਂ ਖੋਲ੍ਹ ਦਿੱਤੀਆਂ ਗਾਵਾਂ ਦੀਆਂ, ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਹਨਾਂ ਨੇ ਜਿਹੜੇ ਇਹ ਗਾਵਾਂ ਸਨ ਇਹ ਬਾਹਰ ਕੱਢ ਦਿੱਤੀਆਂ। ਹੁਣ ਗਾਵਾਂ ਬਾਹਰ ਕੱਢ ਦਿੱਤੀਆਂ, ਰੌਲਾ ਪੈ ਗਿਆ। ਸਿਪਾਹੀ ਨਾਲ ਹੀ ਸਨ, ਉਹ ਸਿਪਾਹੀ ਡਰਦੇ ਅੰਦਰ ਨਹੀਂ ਜਾਂਦੇ ਪਏ ਵੀ ਸ਼ਾਇਦ ਸਿੰਘ ਅੰਦਰ ਹੀ ਹੋਣਗੇ। ਸਿੰਘ ਤੇ ਉੱਥੋਂ ਦਵਾ ਦਵ ਚਲੇ ਗਏ ਸਨ, ਗਾਵਾਂ ਨੂੰ ਛਡਾ ਕੇ ਬੁੱਚੜਾਂ ਨੂੰ ਵੱਢ ਗਏ। ਸਿੰਘ ਉੱਥੋਂ ਆ ਗਏ, ਰੂਪੋਸ਼ ਹੋ ਗਏ, ਕਈ ਸਿੰਘ ਕਿਤੇ ਚਲ ਗਏ। ਇਹ ਸਿੰਘ ਰਾਜਾ ਸਿੰਘ ਜੀ ਤਰਾਂਡੀ ਜਿਹੜੇ ਸਨ, ਸੂਬਾ ਰਾਜਾ ਸਿੰਘ ਜੀ, ਇਹ ਭੈਣੀ ਸਾਹਿਬ ਆਏ ਹੋਏ ਸਨ। ਇਹ ਉੱਥੋਂ ਫਿਰ ਭੈਣੀ ਸਾਹਿਬ ਆ ਗਏ, ਕਿਉਂਕਿ ਵਿਉਂਤਬੰਦੀ ਸਾਰੀ ਇਹਨਾਂ ਨੇ ਬਣਾਈ ਸੀ। ਰਾਜਾ ਸਿੰਘ ਜੀ ਨੇ, ਇਹਨਾਂ ਨੇ ਸਿੱਖਾਂ ਨੂੰ ਇਕੱਠਿਆਂ ਕੀਤਾ ਸੀ ਕਿ ਆਪਾਂ ਇਹ ਕਾਰਜ ਕਰਨਾ ਹੈ। ਰਾਜਾ ਸਿੰਘ ਤਰਾਂਡੀ ਬਹੁਤ ਤਿੱਖਣ ਬੁੱਧੀ ਦੇ ਮਾਲਕ ਸਨ। ਅੰਗਰੇਜ਼ ਗੌਰਮੈਂਟ ਇਸ ਗੱਲ ਨੂੰ ਮੰਨਦੀ ਹੈ, ਕਿਉਂਕਿ ਉਹਨਾਂ ਨੇ ਨਾ 250 ਸਿੱਖਾਂ ਦੀ 1881 ਦੇ ਵਿੱਚ ਇੱਕ ਲਿਸਟ ਬਣਾਈ ਸੀ, 71 ਵਿੱਚ ਇੱਕ ਲਿਸਟ ਬਣਾਈ ਸੀ ਜਿਹਦੇ ਵਿੱਚ 250 ਸਿੱਖਾਂ ਦਾ ਨਾਮ ਸੀ, ਜਿਨ੍ਹਾਂ ਵਿੱਚ ਅੰਗਰੇਜ਼ ਹਕੂਮਤ ਨੇ ਲਿਖਿਆ ਸੀ ਇਹ 250 ਸਿੱਖ ਬਹੁਤ ਇੰਪੋਰਟੈਂਟ ਹੈ, ਇਹਨਾਂ 'ਤੇ ਹਮੇਸ਼ਾ ਨਜ਼ਰ ਬਣਾ ਕੇ ਰੱਖੋ, ਕਦੋਂ ਕਿਸ ਸਮੇਂ ਕੀ ਕਰਦੇ ਨੇ, ਕਿਉਂਕਿ ਜਦੋਂ ਵੀ ਸਾਨੂੰ ਨੁਕਸਾਨ ਪਹੁੰਚਾਉਣਗੇ ਇਹ 250 ਸਿੱਖ ਹੀ ਪਹੁੰਚਾ ਸਕਦੇ ਨੇ। ਉਹਨਾਂ ਵਿੱਚ ਇਹਨਾਂ ਸੂਬਾ ਰਾਜਾ ਸਿੰਘ ਤਰਾਂਡੀ ਜੀ ਦਾ ਵੀ ਨਾਮ ਆਉਂਦਾ ਹੈ। ਹੁਣ ਸਿੱਖਾਂ ਨੇ ਬੁੱਚੜ ਵੱਢ ਦਿੱਤੇ ਨੇ, ਸਾਰੇ ਪਾਸੇ ਰੌਲਾ ਪੈ ਗਿਆ। ਹੁਸ਼ਿਆਰਪੁਰ ਤੋਂ ਸੁਪਰਡੈਂਟ ਨੂੰ ਸੱਦਿਆ ਗਿਆ ਕਿ ਤੂੰ ਆਣ ਕੇ ਇਸ ਕੇਸ ਦੀ ਪੈਰਵਾਈ ਕਰ। ਹੁਣ ਉਹ ਪੈਰਵਾਈ ਕਰਨ ਵਾਸਤੇ ਆਉਂਦਾ ਹੈ। ਉੱਥੇ ਕੀ ਮਿਲਦਾ ਹੈ? ਇੱਕ ਉਹਨੂੰ ਨੀਲੀ ਪੱਟੀ, ਇੱਕ ਚੱਕਰ ਉਸ ਬੁੱਚੜਖਾਨੇ 'ਚੋਂ ਮਿਲਦਾ। ਇਸ ਗੱਲ ਤੋਂ ਉਹਨੇ ਸੋਚ ਲਿਆ ਵੀ ਨਿਹੰਗ ਜਿਹੜੇ ਨੇ ਉਹ ਨੀਲੀ ਪੱਟੀ ਬੰਨ੍ਹਦੇ ਨੇ ਅਤੇ ਜਿਹੜੇ
ਦੂਸਰੇ ਨੇ ਚੱਕਰ ਵੀ ਪਾਉਂਦੇ ਨੇ, ਸ਼ਸਤਰ ਰੱਖਦੇ ਨੇ। ਇਸ ਕਰਕੇ ਉਹਨੇ ਨਿਹੰਗਾਂ ਨੂੰ ਫੜ ਲਿਆ। 12 ਸਿੱਖ ਨਿਹੰਗਾਂ ਨੂੰ ਫੜਿਆ ਗਿਆ। ਕੁਝ ਵੀ ਨਿਹੰਗ ਸਨ, ਕੁਝ ਹਿੰਦੂ ਸਨ। 12 ਲੋਕ ਫੜ ਲਏ। ਫੜ ਕੇ ਉਹਨਾਂ ਨੂੰ 3rd ਡਿਗਰੀ ਦਾ ਟਾਰਚਰ ਕੀਤਾ ਗਿਆ, ਜਿਸ ਵਿੱਚ ਉਹ ਸਿੱਖਾਂ ਨੇ ਆਪਣੇ ਆਪ ਕਬੂਲ ਕਰ ਲਿਆ ਕਿ ਜਿੰਨਾ ਇਹ ਰੋਜ਼ ਸਾਨੂੰ ਦੁੱਖ ਦਿੰਦੇ ਨੇ, ਦੁੱਖ ਨਾਲੋਂ ਤਾਂ ਇੱਕ ਵਾਰੀ ਮੰਨ ਲਓ ਵੱਧ ਤੋਂ ਵੱਧ ਮੌਤ ਦੀ ਸਜ਼ਾ ਸੁਣਾਉਣਗੇ ਅਤੇ ਸੌਖੇ ਮਰ ਜਾਂਗੇ ਰੋਜ਼ ਕੁੱਟ ਖਾਣ ਨਾਲੋਂ, ਰੋਜ਼ ਤਸੀਹੇ ਚੱਲਣ ਨਾਲੋਂ। ਅਤੇ ਇਹ ਕਬੂਲ ਹੀ ਕਰ ਲਵੋ ਕਿ ਅਸੀਂ ਬੁੱਚੜ ਵੱਡੇ ਨੇ, ਅਸੀਂ ਹਮਲਾ ਕੀਤਾ ਸੀ ਬੁੱਚੜਾਂ 'ਤੇ। ਹੁਣ ਉਹਨਾਂ ਨੇ ਕਬੂਲ ਕਰ ਲਿਆ ਕਿ ਅਸੀਂ ਬੁੱਚੜ ਵੱਡੇ ਨੇ। ਇਸ ਗੱਲ 'ਤੇ ਉਸ ਸੁਪਰਡੈਂਟ ਨੂੰ ਬਹੁਤ ਖੁਸ਼ੀਆਂ ਮਿਲੀਆਂ ਸਰਕਾਰ ਵੱਲੋਂ, ਗਵਰਨਰ ਵੱਲੋਂ, ਕਿ ਤੂੰ ਇਸ ਕੇਸ ਨੂੰ ਸੋਲਵ ਕਰ ਦਿੱਤਾ ਹੈ। ਸਿੱਖ ਭੈਣੀ ਸਾਹਿਬ ਆਏ ਸਨ। ਸੱਚ ਪਾਤਸ਼ਾਹ ਜੀ ਉਹਨਾਂ ਨੂੰ ਪੁੱਛਿਆ ਵੀ ਕੀ ਕੀਤਾ ਹੈ, ਕੀ ਹੋਇਆ ਉੱਥੇ ਅੰਮ੍ਰਿਤਸਰ। ਉਹਨਾਂ ਸਿੱਖਾਂ ਨੇ ਫਿਰ ਅਰਜ਼ ਕੀਤੀ, ਪਾਤਸ਼ਾਹ ਉਹ ਤਾਂ ਕੰਮ ਅਸੀਂ ਕੀਤਾ ਆ। ਸਤਿਗੁਰੂ ਰਾਮ ਸਿੰਘ ਜੀ, ਅੱਜ ਵੀ ਮੈਂ ਸਵੇਰੇ ਉਪਦੇਸ਼ ਸੁਣਦਾ ਪਿਆ ਸੀ, ਉਹਦੇ ਵਿੱਚ ਆਇਆ ਸੱਚ ਪਾਤਸ਼ਾਹ ਜੀ ਹੁਕਮ ਕਰ ਰਹੇ ਨੇ ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਨੂੰ ਵੀ ਜਾਓ ਛੇਤੀ ਜਾ ਕੇ ਉਹ ਬੇਦੋਸ਼ੀਆਂ ਨੂੰ ਛਡਾਓ, ਉਹਨਾਂ ਦੀ ਮੌਤ ਦਾ ਪਾਪ ਤੁਹਾਨੂੰ ਲੱਗੇਗਾ, ਕਿਉਂਕਿ ਕੰਮ ਤੁਸੀਂ ਕੀਤਾ ਹੈ, ਬੀਜੋ ਤੁਸੀਂ ਅਤੇ ਵੱਡੇ ਕੋਈ ਹੋਰ। ਇਹ ਗੱਲ ਠੀਕ ਨਹੀਂ। ਇਸ ਕਰਕੇ ਉਹਨਾਂ ਬੇਗੁਨਾਹਾਂ ਨੂੰ ਤੁਸੀਂ ਜਾ ਕੇ ਛਡਾਓ ਅਤੇ ਤੁਸੀਂ ਆਪ ਜਾ ਕੇ ਜੱਜ ਕੋਲ ਜਾ ਕੇ ਇਹ ਗੱਲ ਮੰਨੋ। ਫਿਰ ਸਿੱਖ ਜਿਹੜੇ ਨੇ ਇਹ ਸੈਸ਼ਨ ਕੋਰਟ 'ਚ ਜਾ ਕੇ ਪੇਸ਼ ਹੁੰਦੇ ਨੇ, ਜਾ ਕੇ ਜੱਜ ਨੂੰ ਇਹ ਗੱਲ ਆਖਦੇ ਨੇ ਕਿ ਅਸੀਂ ਬੁੱਚੜਾਂ ਨੂੰ ਵੱਢਿਆ ਹੈ। ਪਰ ਜਿਹੜਾ ਸੈਸ਼ਨ ਜੱਜ ਹੈ, ਸੈਸ਼ਨ ਕੋਰਟ ਦਾ ਜੱਜ, ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ। ਉਹ ਕਹਿੰਦਾ ਹੈ ਕਿ ਨਹੀਂ, ਤੁਸੀਂ ਤਾਂ ਸਾਧ ਸੰਤ ਹੋ, ਤੁਸੀਂ ਬੰਦਗੀ ਕਰਨ ਵਾਲੇ ਹੋ, ਤੁਸੀਂ ਨਹੀਂ ਮਾਰਿਆ, ਤੁਸੀਂ ਤਾਂ ਪਰਉਪਕਾਰ ਕਰ ਰਹੇ ਹੋ, ਇਹਨਾਂ ਨੂੰ ਛਡਾਉਣ ਵਾਸਤੇ ਆਏ ਹੋ। ਫਿਰ ਸਿੱਖਾਂ ਨੇ ਆਖਿਆ ਕਿ ਨਹੀਂ ਅਸੀਂ ਮਾਰਿਆ। ਫਿਰ ਸਿੱਖਾਂ ਨੇ ਪ੍ਰੂਫ ਦਿੱਤੇ, ਜਿੱਥੇ ਤਲਵਾਰਾਂ ਸਨ, ਉਹਨਾਂ ਦੇ ਕੱਪੜੇ ਉਹਦੇ ਖੂਨ ਨਾਲ ਭਿੱਜੇ ਸਨ, ਉਹ ਕੱਢ ਕੇ ਜਿੱਥੇ ਨੱਪ ਕੇ ਆਏ ਸਨ ਸਿੱਖ, ਫਿਰ ਉੱਥੇ ਲਿਜਾ ਕੇ ਉਹ ਸਾਰੇ ਪ੍ਰੂਫ ਦਿੱਤੇ ਵੀ ਉਹਨਾਂ ਨੇ ਕਿਸ ਤਰ੍ਹਾਂ ਕਿੱਥੋਂ ਦੀ ਕਿਸ ਤਰ੍ਹਾਂ ਗਏ ਜਾ ਕੇ ਉਹ ਬੁੱਚੜਾਂ ਨੂੰ ਵੱਢਿਆ। ਜਦੋਂ ਸਾਰੇ ਪ੍ਰੂਫ ਮਿਲ ਗਏ, ਸਰਕਾਰ ਦੀ ਤਾਂ ਨਮੋਸ਼ੀ ਹੋਣੀ ਸੀ, ਪਰ ਜਿਹੜੇ ਉਹ ਬੇਦੋਸ਼ੇ ਫੜੇ ਸਨ ਉਹਨਾਂ ਨੂੰ ਨਹੀਂ ਛੱਡਿਆ ਗੌਰਮੈਂਟ ਨੇ ਹਾਲੇ। ਇਹ ਜਿਹੜੀ ਗੱਲ ਆ 14-15 ਜੂਨ ਦੀ ਰਾਤ ਨੂੰ ਸਿੱਖਾਂ ਨੇ ਬੁੱਚੜਖਾਨੇ 'ਤੇ ਹਮਲਾ ਕੀਤਾ ਸੀ। ਜਿਹੜੇ ਬੇਦੋਸ਼ੇ ਫੜੇ ਸਨ 12 ਲੋਕ ਨਿਹੰਗ ਸਿੰਘ ਜਾਂ ਹਿੰਦੂ ਜਿਹੜੇ ਸਨ, ਉਹਨਾਂ ਨੂੰ 1873 ਭਾਵ 2 ਸਾਲ ਬਾਅਦ ਗੌਰਮੈਂਟ ਛੱਡਦੀ ਹੈ, ਕਿਉਂਕਿ ਗੌਰਮੈਂਟ ਨੇ ਉਹਨਾਂ ਦੀ ਫਿਰ ਕਿਸੇ ਨੇ ਐਵੇਂ ਨਹੀਂ ਸੀ ਗੌਰਮੈਂਟ ਛੱਡਿਆ। ਫਿਰ ਉਹਨਾਂ ਦੀ ਕਿਸੇ ਨੇ ਪਟੀਸ਼ਨ ਫਾਈਲ ਕੀਤੀ ਕਿ ਜਦੋਂ ਤੁਸੀਂ ਦੂਸਰੇ ਸਿੱਖਾਂ ਨੂੰ ਫੜ ਲਿਆ ਆ, ਉਹ ਬੇਦੋਸ਼ੀਆਂ ਨੂੰ ਫੜ ਲਿਆ, ਬੇਗੁਨਾਹਾਂ ਨੂੰ ਤਾਂ ਛੱਡ ਦਿਓ। ਜਦੋਂ ਜਿਨ੍ਹਾਂ ਨੇ ਸਿੱਖਾਂ ਨੇ ਆਣ ਕੇ ਆਪਣਾ ਕਬੂਲ ਕਰ ਲਿਆ ਕਿ ਅਸੀਂ ਬੁੱਚੜ ਵੱਡੇ ਨੇ, ਫਿਰ ਜਾ ਕੇ ਉਹ ਕੇਸ ਜਿੱਤਿਆ। ਫਿਰ ਜਾ ਕੇ 2 ਸਾਲਾਂ ਬਾਅਦ 1873 ਵਿੱਚ ਉਹਨਾਂ ਨੂੰ ਛੱਡਿਆ ਗਿਆ, ਕਿਉਂਕਿ ਸਰਕਾਰ ਦੀ ਨਮੋਸ਼ੀ ਸੀ ਕਿ ਸਰਕਾਰ ਨੇ ਕੁੱਟ ਕੇ ਜ਼ਬਰਦਸਤੀ ਤਸੀਹੇ ਦੇ ਕੇ ਝੂਠੇ ਲੋਕਾਂ ਨੂੰ ਕਬੂਲ ਕਰਵਾ ਲਿਆ ਕਿ ਅਸੀਂ ਬੁੱਚੜ ਵੱਡੇ ਨੇ। ਫਿਰ ਜਦੋਂ ਨਾਮਧਾਰੀ ਸਿੱਖ ਜਿਹੜੇ ਸੀ ਇਹ ਪੇਸ਼ ਹੁੰਦੇ ਨੇ, ਫਿਰ ਸੈਸ਼ਨ ਜੱਜ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਉਂਦਾ ਹੈ। ਫਿਰ ਸਿੱਖਾਂ ਨੇ ਆਪਣੀਆਂ ਉਹਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਸਨ ਕਿ ਇੱਕ ਤਾਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜਾ ਕੇ ਇਸ਼ਨਾਨ ਕਰਕੇ ਢੋਲਕੀ ਸਿਆਣਿਆਂ ਨਾਲ ਸ਼ਬਦ ਪੜ੍ਹਦੇ ਹੋਏ ਰਾਮ ਬਾਗ ਵਿੱਚ ਆਵਾਂਗੇ, ਜਿੱਥੇ ਅੱਜ ਕੋਲ ਆਪਣੇ ਨਾਮਧਾਰੀ ਸ਼ਹੀਦੀ ਸਮਾਰਕ ਅੰਮ੍ਰਿਤਸਰ ਵਿਖੇ ਹੈਗਾ। ਅਸੀਂ ਫਿਰ ਉੱਥੇ ਆਵਾਂਗੇ, ਕੋਈ ਵੀ ਜਿਹੜਾ ਜਲਾਦ ਹੈ ਸਾਨੂੰ ਹੱਥ ਨਾ ਲਾਵੇ। ਅਸੀਂ ਰੇਸ਼ਮ ਦੇ ਰੱਸੇ ਆਪਣੇ ਗਲ ਵਿੱਚ ਪਾਵਾਂਗੇ, ਕਿਉਂਕਿ ਉਸ ਸਮੇਂ ਜਿਹੜੇ ਰੱਸੇ ਸਨ ਜਿਹਦੇ ਨਾਲ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਸੀ ਉਹ ਚਮੜੇ ਦੇ ਸਨ। ਉਹ ਕਹਿਣ ਲੱਗੇ ਕਿ ਅਸੀਂ ਇਹ ਰੇਸ਼ਮ ਦੇ ਰੱਸੇ ਵੱਟ ਕੇ ਉਹ ਅਸੀਂ ਆਪਣੇ ਗਲ ਵਿੱਚ ਆਪ ਪਾਵਾਂਗੇ, ਸਾਨੂੰ ਕੋਈ ਹੱਥ ਨਾ ਲਾਵੇ। ਜਿੰਨੇ ਦਿਨ, ਇੱਕ ਥਾਂ 'ਤੇ ਇਹ ਵੀ ਲਿਖਿਆ ਜ਼ਿਕਰ ਆਉਂਦਾ ਕਿ ਜਿੰਨੇ ਦਿਨ ਸਿੱਖ ਜੇਲ੍ਹ ਵਿੱਚ ਸਨ, ਉਹਨਾਂ ਨੇ ਫਿਰ ਇਹ ਵੀ ਆਖਿਆ ਸੀ ਵੀ ਜਿੰਨੇ ਦਿਨ ਅਸੀਂ ਇੱਥੇ ਜੇਲ੍ਹ ਵਿੱਚ ਹਾਂ, ਹਾਲੇ ਸਜ਼ਾ ਸੁਣਾਉਣ ਨੂੰ, ਫਾਂਸੀ ਲੱਗਣ ਨੂੰ ਸਮਾਂ ਲੱਗੇਗਾ ਜਿੰਨਾ ਵੀ, ਅਸੀਂ ਰੋਜ਼ ਜਾ ਕੇ ਦਰਬਾਰ ਸਾਹਿਬ 'ਚੋਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਉਹ ਵੀ ਪਰਮਿਸ਼ਨ ਦਿੱਤੀ ਗਈ। ਸਿੱਖ ਰੋਜ਼ ਜਾ ਕੇ ਇਸ਼ਨਾਨ ਕਰਦੇ ਸਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ 'ਚੋਂ। ਸਿੱਖ ਇਸ਼ਨਾਨ ਕੀਤਾ, ਉਹ ਸ਼ਬਦ ਪੜ੍ਹਦੇ ਆ ਰਹੇ ਨੇ, ਤੇਰੀ ਸਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਨ
ਰਾਖੋ ਸਰਨ ਅਸਾੜੀ ਜੀਓ। ਇਹ ਸ਼ਬਦ ਪੜ੍ਹ ਕੇ ਢੋਲਕੀ ਸਿਆਣਿਆਂ ਦੇ ਨਾਲ ਸਿੱਖਾਂ ਨੇ ਉਸ ਰਾਮ ਬਾਗ ਵਿੱਚ ਆਣ ਕੇ 4 ਸਿੱਖਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 15 ਅਪ੍ਰੈਲ 1871 ਨੂੰ ਲਹਿਣਾ ਸਿੰਘ ਜੀ ਭੱਟੀ, ਜਿਨ੍ਹਾਂ ਦੀ 27 ਤੋਂ 28 ਸਾਲ ਦੇ ਤਕਰੀਬਨ ਉਮਰ ਸੀ। ਬੀਲਾ ਸਿੰਘ ਜੀ, ਉਹ ਹਲੇ ਛੋਟੀ ਉਮਰ ਦੇ ਸਨ, 18 ਤੋਂ 19 ਸਾਲ ਦੇ ਆਸ-ਪਾਸ, ਉਹਨਾਂ ਦਾ ਹਲੇ ਵਿਆਹ ਵੀ ਨਹੀਂ ਸੀ ਹੋਇਆ। ਹਾਕਮ ਸਿੰਘ ਪਟਵਾਰੀ ਅਤੇ ਫਤਿਹ ਸਿੰਘ, ਇਹ 4 ਸਿੱਖਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਜਿਹੜੇ ਸਨ ਜੀ ਲਹਿਣਾ ਸਿੰਘ ਭੱਟੀ, ਇਹਨਾਂ ਦੀ ਇੱਕ ਛੋਟੀ ਜਿਹੀ ਲੜਕੀ ਸੀ, ਜਿਹੜਾ ਇਹਨਾਂ ਦਾ ਭਰਾ ਸੀ। ਫਿਰ ਉੱਥੋਂ ਗਾਂ ਵੰਸ਼ ਚੱਲਦੀ ਹੈ। ਅੱਜ ਕੱਲ੍ਹ ਇਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਦਿੱਲੀ ਵਿਖੇ ਨਿਵਾਸ ਕਰਦੇ ਨੇ, ਦਿੱਲੀ ਹੁੰਦੇ ਨੇ। ਬੀਲਾ ਸਿੰਘ ਜੀ ਉਹ ਕੁਆਰੇ ਹੀ ਸਨ, ਉਹਨਾਂ ਦਾ 19 ਸਾਲ ਦੀ ਉਮਰ ਵਿੱਚ ਹੀ ਉਹ ਇਸ ਸ਼ਹਾਦਤ ਨੂੰ ਪ੍ਰਾਪਤ ਕਰਦੇ ਨੇ। ਹਾਕਮ ਸਿੰਘ ਜੀ ਪਟਵਾਰੀ, ਹਾਕਮ ਸਿੰਘ ਜੀ ਪਟਵਾਰੀ ਦੇ ਪਿਤਾ ਜੀ ਨਹੀਂ ਸਨ, ਉਹਨਾਂ ਦੀ ਜਿਹੜੀ ਮਾਤਾ ਸੀ, ਵਿਧਵਾ ਮਾਤਾ ਸੀ ਉਹਨਾਂ ਦੀ। ਜਦੋਂ ਇਹ ਸਿੱਖ ਫਾਂਸੀ ਲੱਗਦੇ ਨੇ, ਸ਼ਹੀਦ ਹੁੰਦੇ ਨੇ, ਹਾਕਮ ਸਿੰਘ ਦੀ ਪਟਵਾਰੀ ਜੀ ਦੀ ਮਾਤਾ ਕੋਲ ਖੜੀ ਹੈ। ਜਦੋਂ ਸਿੱਖ ਸ਼ਹੀਦ ਹੋ ਗਏ, ਚੜ੍ਹਾਈ ਕਰ ਗਏ, ਫਿਰ ਉਹਨਾਂ ਨੂੰ ਰੱਸਿਆਂ ਤੋਂ ਉਹਨਾਂ ਦੀਆਂ ਲਾਸ਼ਾਂ ਨੂੰ ਲਾਹਿਆ ਗਿਆ। ਫਿਰ ਉਹਨੇ, ਉਸ ਮਾਂ ਨੇ ਆਪਣੇ ਇਹ 4 ਸਿੱਖਾਂ ਨੂੰ ਗੱਡੇ 'ਤੇ ਰੱਖ ਕੇ ਆਪਣੇ ਘਰ ਲੈ ਕੇ ਗਈ। ਆਪਣੇ ਘਰ ਦੇ ਇੱਕ ਕਮਰੇ ਦੀ ਛੱਤ ਦੇੜ ਦਿੱਤੀ, ਕਿਉਂਕਿ ਇੰਨਾ ਪੈਸਾ ਵੀ ਨਹੀਂ ਸੀ ਕਿ ਮੈਂ ਇਹਨਾਂ ਦੀਆਂ ਲੱਕੜਾਂ ਇਕੱਠੀਆਂ ਕਰ ਸਕਾਂ ਸਾਰਿਆਂ ਵਾਸਤੇ। ਉਸ ਮਾਤਾ ਨੇ ਆਪਣੇ ਇੱਕ ਕਮਰੇ ਦੀ ਛੱਤ ਦੇੜ ਦਿੱਤੀ। ਇਕਲੌਤਾ ਪੁੱਤਰ ਸੀ ਹਾਕਮ ਸਿੰਘ ਪਟਵਾਰੀ ਉਹਦਾ। ਛੱਤ ਦੇੜ ਕੇ ਉਹ ਬਾਲਿਆਂ ਨੂੰ ਥੱਲੇ ਰੱਖ ਕੇ ਉਹਨਾਂ ਦੇ ਉੱਤੇ 4 ਸਿੱਖਾਂ ਇਕੱਠਿਆਂ ਨੂੰ ਰੱਖ ਕੇ ਉਹਨੇ ਸੰਸਕਾਰ ਕੀਤਾ ਉਸ ਮਾਤਾ ਨੇ। ਇੱਕ ਝੰਡਾ ਸਿੰਘ ਸੀਗਾ, ਕਿਉਂਕਿ ਸਿੱਖ ਰੂਪੋਸ਼ ਹੋ ਗਏ, ਰੂਪ ਬਦਲ ਲਿਆ ਸੀ ਉਹਨਾਂ ਨੇ। ਕਈ ਸਿੱਖ ਕਿੱਧਰ ਚਲੇ ਗਏ, ਕੁਝ ਸਿੱਖ ਭੈਣੀ ਸਾਹਿਬ ਆਏ ਸਨ, ਕੁਝ ਸਿੱਖ ਹੀ ਸਿਰਫ 7-8 ਸਰੀਰ ਹੀ ਗਏ ਸਨ ਵਾਪਸ ਸੈਸ਼ਨ ਜੱਜ ਵਿੱਚ, ਕਿਉਂਕਿ ਸਿੱਖਾਂ 10 ਨੇ ਤੇ ਹਮਲਾ ਕੀਤਾ ਸੀ, ਬਾਕੀ ਨਹੀਂ ਪਹੁੰਚ ਸਕੇ ਜਾਂ ਉਹਨਾਂ ਤੱਕ ਸੁਨਾਹ ਨਹੀਂ ਪਹੁੰਚਿਆ ਕਿ ਤੁਸੀਂ ਸਾਰੇ ਜਾ ਕੇ ਪੇਸ਼ ਹੋ ਜਾਵੋ। ਇਹ ਝੰਡਾ ਸਿੰਘ ਜੀ ਕਾਬਲ ਚਲੇ ਗਏ ਸਨ। ਜਦੋਂ ਉਹ ਕਾਬਲ ਤੋਂ ਵਾਪਸ ਆਉਂਦੇ ਨੇ 2 ਸਾਲਾਂ ਬਾਅਦ, 11 ਅਗਸਤ 1873 ਨੂੰ ਉਹਨਾਂ ਨੂੰ ਫੜ ਲਿਆ ਜਾਂਦਾ ਹੈ। ਜਦੋਂ 11 ਅਗਸਤ ਨੂੰ ਫੜ ਲਿਆ ਜਾਂਦਾ ਹੈ, ਉਸੇ ਟਾਈਮ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੇਮ ਡੇ 'ਚ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਸ਼ਾਮ ਤੱਕ ਉਹਨਾਂ ਨੂੰ ਫਾਂਸੀ ਸਜ਼ਾ ਸੁਣਾ ਕੇ ਅਗਲੇ ਦਿਨ 12 ਅਗਸਤ 1873 ਨੂੰ ਫਾਂਸੀ ਲਾ ਦਿੱਤਾ ਜਾਂਦਾ ਹੈ। ਉਹ ਵੀ ਝੰਡਾ ਸਿੰਘ ਜੀ ਵੀ ਫਾਂਸੀ ਲਾਏ ਜਾਂਦੇ ਨੇ, ਪਰ 2 ਸਾਲ ਬਾਅਦ ਉਹਨਾਂ ਨੂੰ ਫਾਂਸੀ ਲੱਗਦੀ ਹੈ। ਜਿਹੜੇ 2 ਸਿੱਖ ਹੋਰ ਸਨ, ਉਹਨਾਂ 'ਤੇ ਧਾਰਾ 107 ਲਾ ਕੇ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਹੈ। ਲਹਿਣਾ ਸਿੰਘ ਜੀ ਅਤੇ ਲਾਲ ਸਿੰਘ ਸਿਪਾਹੀ, ਜਿਨ੍ਹਾਂ ਨੇ ਤਲਵਾਰਾਂ ਮੁਹੱਈਆ ਕਰਵਾਈਆਂ ਸਨ, ਇਹਨਾਂ ਦੋਵਾਂ ਸਿੱਖਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਸਾਰੀ ਉਮਰ ਕਾਲੇ ਪਾਣੀ, ਭਾਵ ਅੰਡੇਮਾਨ ਨਿਕੋਬਾਰ ਉਦੋਂ ਭੇਜ ਦਿੰਦੇ ਸਨ ਟਾਪੂ 'ਚ, ਉੱਥੇ ਉਹਨਾਂ ਨੂੰ ਸਾਰੀ ਉਮਰ ਉੱਥੇ ਰਹੇ। ਉਹ ਅੰਤਲਾ ਸਮਾਂ ਵੀ ਉੱਥੇ ਹੀ ਰਹਿ ਕੇ ਉੱਥੇ ਹੀ ਜੇਲ੍ਹ ਵਿੱਚ ਉਹ ਸ਼ਹੀਦ ਹੋਏ। ਜਿਹੜੇ ਲਹਿਣਾ ਸਿੰਘ ਜੀ ਭੱਟੀ ਸਨ, ਉਹਨਾਂ ਦਾ ਇੱਕ ਬਹੁਤ ਸੋਹਣਾ ਜ਼ਿਕਰ ਆਉਂਦਾ ਹੈ ਕਿ ਇਹ ਸਿੱਖਾਂ ਨੇ 14-15 ਜੂਨ ਨੂੰ ਹਮਲਾ ਕੀਤਾ ਹੈ ਬੁਚੜਾਂ 'ਤੇ। 1 ਜੂਨ 1871, ਭਾਵ 1 ਜੂਨ ਨੂੰ 14 ਦਿਨ ਹੀ ਪਹਿਲਾਂ, ਉਹਨਾਂ ਨੂੰ ਸੁਪਨੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ, ਫਿਰ ਗੁਰੂ ਤੇਗ ਬਹਾਦਰ ਜੀ ਸੁਪਨੇ 'ਚ ਦਰਸ਼ਨ ਦਿੰਦੇ ਨੇ ਲਹਿਣਾ ਸਿੰਘ ਜੀ ਨੂੰ। ਉਹਨਾਂ ਨੇ, ਲਹਿਣਾ ਸਿੰਘ ਜੀ ਨੇ ਅਰਜ਼ ਕੀਤੀ, ਪਾਤਸ਼ਾਹ, ਅੰਮ੍ਰਿਤਸਰ ਵਿੱਚ ਬੜੀ ਬੇਅਦਬੀ ਹੋ ਰਹੀ ਹੈ, ਗਊਆਂ ਮਾਰੀਆਂ ਜਾਂਦੀਆਂ ਨੇ, ਦਰਬਾਰ ਸਾਹਿਬ ਦੀ ਬਹੁਤ ਬੇਅਦਬੀ ਹੋ ਰਹੀ ਹੈ, ਕੀ ਹੁਕਮ ਹੈ? ਗੁਰੂ ਜੀ ਹੁਕਮ ਕਰਦੇ ਨੇ, ਸਿੰਘੋ ਤਗੜੇ ਹੋਵੋ, ਗਊਆਂ ਨੂੰ ਬੁਚੜਾਂ ਤੋਂ ਛਡਾਓ, ਸਤਿਗੁਰ ਤੁਹਾਡੇ ਅੰਗ ਸੰਗ ਰਹਿਣਗੇ। ਇਹ ਹੁਕਮ ਉਹਨਾਂ ਨੂੰ ਸੂਬਾ ਲਹਿਣਾ ਸਿੰਘ ਜੀ ਭੱਟੀ ਨੂੰ ਗੁਰੂ ਸਾਹਿਬ ਸੁਪਨੇ ਵਿੱਚ ਦਿੰਦੇ ਨੇ। ਤੁਸੀਂ ਇਹ ਦੇਖੋ, ਹੁਕਮ 1 ਤਰੀਕ ਨੂੰ ਹੁੰਦਾ ਹੈ, ਉਹ ਸਿੱਖਾਂ ਨੇ 2 ਹਫ਼ਤਿਆਂ ਦੇ ਅੰਦਰ ਅੰਦਰ ਇੰਨੀ ਵਿਉਂਤਬੰਦੀ ਕਰ ਲਈ, ਸਿੱਖ ਇਕੱਠੇ ਕਰ ਲਏ, ਸਮਾਨ ਇਕੱਤਰ ਕਰ ਲਿਆ, ਅਤੇ 14 ਤਰੀਕ ਨੂੰ ਉਹਨਾਂ ਨੇ ਬੁਚੜਾਂ 'ਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਜਦੋਂ ਇੱਕ ਥਾਂ 'ਤੇ ਹਮਲਾ ਹੋਇਆ, ਮੁਸਲਮਾਨ ਜਿਹੜੇ ਸੀ ਉਹ ਡਰ ਕੇ ਰਹਿਣ ਲੱਗ ਗਏ ਕਿ ਇਹ ਗੱਲ ਜਿਹੜੀ ਠੀਕ ਨਹੀਂ ਗਈ, ਸਾਡੇ 'ਤੇ ਸੁੱਤਿਆਂ 'ਤੇ ਹਮਲਾ ਹੋਣ ਲੱਗ ਗਿਆ, ਬੁਚੜਾਂ ਨੂੰ ਮਾਰਿਆ ਜਾਂਦਾ। ਉਹਨਾਂ ਦੇ ਮਨ 'ਚ ਥੋੜ੍ਹਾ ਜਿਹਾ ਡਰ ਬੈਠਾ, ਪਰ ਅੰਗਰੇਜ਼ਾਂ ਨੇ ਉਹਨਾਂ ਦੀ ਪਿੱਠ ਥੱਪਤ ਪਾਉਣ ਤੋਂ ਕੋਈ ਪਰਹੇਜ਼ ਨਾ ਕੀਤਾ। ਉਹਨਾਂ ਦੇ ਨਾਲ ਪੂਰਾ ਡਟ ਕੇ ਖੜ੍ਹੇ ਕਿ ਤੁਸੀਂ ਬੁਚੜ ਇਸੇ ਤਰ੍ਹਾਂ ਹੀ ਵੱਢਦੇ ਰਹੋ, ਅਸੀਂ ਤੁਹਾਡੇ ਨਾਲ ਹਾਂ। ਇੱਕ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖ ਇੰਨੇ ਨਿਡਰ ਸਨ। ਇੱਕ ਜ਼ਿਕਰ ਆਉਂਦਾ ਹੈ, ਬਿਸ਼ਨ ਸਿੰਘ ਜੀ ਲਾਹੌਰ ਤੋਂ ਸਨ, ਉਹਨਾਂ ਦਾ, ਉਹ ਸੁਨਿਆਰੇ ਸਿੱਖ ਸਨ। ਬਿਸ਼ਨ ਸਿੰਘ ਜੀ
ਦੇ ਉੱਤੇ ਕਿਸੇ ਨੇ ਝੂਠਾ ਮੁਕੱਦਮਾ ਕਰ ਦਿੱਤਾ, ਜਾ ਕੇ ਕੋਰਟ ਵਿੱਚ ਅਰਜੀ ਪਾ ਦਿੱਤੀ ਕਿ ਇਹ ਸਿੱਖ ਤੋਂ ਮੈਂ ਇੰਨੇ ਪੈਸੇ ਲੈਣੇ ਨੇ। ਜੱਜ ਨੇ ਡਿਗਰੀ ਸੁਣਾਈ ਤੋਂ ਭਾਵ ਹੈ ਕਿ ਉਹਨੇ ਫੈਸਲਾ ਸੁਣਾ ਦਿੱਤਾ ਕਿ ਤੂੰ ਇਹਦੇ ਪੈਸੇ ਦੇਣੇ ਨੇ। ਇਹ ਫੈਸਲਾ ਸੁਣਾਇਆ ਸੀ 30 ਅਗਸਤ 1871 ਨੂੰ। ਸਿੱਖ ਨੇ ਆਖਿਆ ਵੀ ਤੂੰ ਜੱਜ ਨੂੰ ਵੀ ਠੀਕ ਨਹੀਂ ਕੀਤਾ। ਸਿੱਖ ਘਰੇ ਆਇਆ, ਘਰੇ ਆਣ ਕੇ ਇਸ਼ਨਾਨ ਕੀਤਾ, ਜਪਜੀ ਸਾਹਿਬ, ਜਾਪ ਸਾਹਿਬ, ਚੰਡੀ ਦੀ ਵਾਰ ਦਾ ਪਾਠ ਪੜ੍ਹਿਆ, ਹਵਨ ਕੀਤਾ, ਚਿੱਟੀ ਪੋਸ਼ਾਕ ਪਾਈ, ਆਪਣੇ ਹੱਥ 'ਚ ਸਲੋਤਰ ਲੈ ਲਿਆ। ਸਲੋਤਰ ਲੈ ਕੇ ਕਚਹਿਰੀ ਦੇ ਬਾਹਰ ਜਾ ਕੇ ਲੁੱਕ ਕੇ ਖਲੋ ਗਿਆ। ਜਦੋਂ ਸ਼ਾਮ ਨੂੰ ਜੱਜ ਕੋਰਟ 'ਚੋਂ ਬਾਹਰ ਆਇਆ ਅਤੇ ਘਰ ਨੂੰ ਜਾਣ ਲੱਗਿਆ ਅਤੇ ਉਹ ਸਿੱਖ ਨੇ ਉਸ ਜੱਜ ਨੂੰ ਉੱਥੇ ਫੜ ਲਿਆ। ਉੱਥੇ ਫੜ ਕੇ ਅਤੇ ਆਖਿਆ ਵੀ ਤੂੰ ਬੇਅਦਾਲਤੀ ਕੀਤੀ ਏ। ਮੇਰੇ ਸਤਿਗੁਰੂ ਦਾ ਹੁਕਮ ਆ ਕਿ ਅਸੀਂ ਝੂਠੀ ਕਚਹਿਰੀ ਨਹੀਂ ਰਹਿਣ ਦੇਣੀ। ਝੂਠੀ ਕਚਹਿਰੀ ਤੋਂ ਭਾਵ ਜਿਹੜੇ ਬੰਦੇ ਝੂਠੇ ਫੈਸਲੇ ਸੁਣਾਉਂਦੇ ਨੇ, ਇਸ ਕਰਕੇ ਤੂੰ ਝੂਠਾ ਫੈਸਲਾ ਸੁਣਾਇਆ। ਮੈਂ ਨਿਰਦੋਸ਼ ਸੀ, ਮੈਂ ਕੋਈ ਪੈਸੇ ਨਹੀਂ ਦੇਣੇ ਉਹਦੇ। ਉਹਨੇ ਇੱਕ ਸਲੋਤਰ ਮਾਰਿਆ, ਜੱਜ ਦਾ ਸਿਰ ਪਾੜ ਗਿਆ, ਉਹ ਜੱਜ ਮਰ ਗਿਆ। ਉਹ ਜੱਜ ਉੱਥੇ ਹੀ ਮਰ ਗਿਆ। ਸਿੱਖ ਖੜਾ ਰਿਹਾ, ਭੱਜਿਆ ਨਹੀਂ। ਪੁਲਿਸ ਬਹੁਤ ਇਕੱਠੀ ਹੋਈ, ਫਿਰ ਸਿੱਖ ਨੂੰ ਫੜ ਲਿਆ। ਉਹਨਾਂ ਨੇ ਫੜ ਕੇ ਉਸ ਸਿੱਖ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਅਤੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਦਾ ਜਦੋਂ ਵਿਰੋਧ ਹੋਣ ਲੱਗ ਗਿਆ ਹਰ ਪਾਸੇ, ਇਹ 1871 ਦੀ ਗੱਲ ਆ ਜਦੋਂ ਇਹ ਸਾਰਾ ਇਸ ਤਰ੍ਹਾਂ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਨਾਮਧਾਰੀ ਸਿੱਖ ਜਿਹੜੇ ਸਨ ਉਹ ਭੈਣੀ ਸਾਹਿਬ ਨੂੰ ਜਾ ਰਹੇ ਸਨ। ਭੈਣੀ ਸਾਹਿਬ ਨੂੰ ਜਾਣ ਲੱਗਿਆਂ ਉਹਨਾਂ ਨੇ ਰਸਤੇ ਵਿੱਚ ਰਾਏਕੋਟ ਰੁਕੇ। ਰਾਏਕੋਟ ਵੀ ਬੁੱਚੜਖਾਨਾ ਖੋਲ੍ਹਿਆ ਸੀ 1856 ਵਿੱਚ। DC ਮਿਸਟਰ ਰਿਕਟਸ ਨੇ, ਉਹਨੇ ਇਹ 1856 ਵਿੱਚ ਖੋਲ੍ਹਿਆ ਹੋਇਆ ਸੀ ਬੁੱਚੜਖਾਨਾ। ਉਹ ਬੁੱਚੜਖਾਨਾ ਸ਼ਹਿਰੋਂ ਬਾਹਰ ਸੀ, ਛੱਪੜ ਦੇ ਕਿਨਾਰੇ ਸੀ। ਅਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ 'ਚੋਂ ਨਿਕਲਦੇ ਨੇ, ਇੱਥੇ ਰਾਏਕੋਟ ਰਾਏ ਇਕੱਲੇ ਕੋਲ ਆਉਂਦੇ ਨੇ, ਉਦੋਂ ਰਾਏ ਇਕੱਲੇ ਨੇ ਆਪਣੇ ਨੂਰੇ ਮਾਹੀ ਨੂੰ ਭੇਜਿਆ ਸੀ, ਜਾ ਕੇ ਸਰਹੰਦ ਤੋਂ ਖਬਰ ਲੈ ਕੇ ਆਇਆ ਸੀ। ਗੁਰੂ ਸਾਹਿਬ ਉਹਨਾਂ ਚਿਰ ਇੱਥੇ ਰਹੇ। ਜਿਹੜਾ ਰਾਏ ਇਕੱਲਾ ਸੀ, ਉਹ ਗੁਰੂ ਸਾਹਿਬ ਦਾ ਬੜਾ ਸਤਿਕਾਰ ਕੀਤਾ ਉਹਨੇ। ਸੱਚ ਪਾਤਸ਼ਾਹ ਜੀ ਉਹਨੂੰ ਆਪਣਾ ਇੱਕ ਸ਼ਸਤਰ ਵੀ ਦਿੱਤੇ, ਹੋਰ ਬਹੁਤ ਬਖਸ਼ਿਸ਼ਾਂ ਕਰਕੇ ਉਹਨੂੰ ਫਿਰ ਤੋਂ ਗਏ ਸਨ। ਉਸ ਯਾਦ ਵਿੱਚ ਰਾਏਕੋਟ ਵਿੱਚ ਰਾਏ ਇਕੱਲੇ ਨੇ ਇੱਕ ਗੁਰਦੁਆਰਾ ਬਣਾਇਆ ਸੀ। ਛੱਪੜ ਦੇ ਕੰਢੇ ਇਹਨਾਂ ਨੇ ਬੁੱਚੜਖਾਨੇ ਦੀ ਪਰਮਿਸ਼ਨ ਦਿੱਤੀ ਅਤੇ ਨਾਲ ਹੀ ਥੋੜ੍ਹੀ ਜਿਹੀ ਵਿੱਥ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਗੁਰਦੁਆਰਾ ਬਣਿਆ ਹੋਇਆ ਸੀ। ਆਪਣੇ ਨਾਮਧਾਰੀ ਸਿੱਖਾਂ ਨੇ ਸੋਚਿਆ ਕਿ ਰਾਏਕੋਟ ਗੁਰਦੁਆਰੇ ਮੱਥਾ ਟੇਕ ਕੇ ਅਤੇ ਫਿਰ ਭੈਣੀ ਸਾਹਿਬ ਚੱਲਦੇ ਹਾਂ। ਜਦੋਂ ਸਿੱਖ ਜਿਹੜੇ ਸਨ ਉਹ ਉੱਥੇ ਗਏ, ਜਾ ਕੇ ਜਿਹੜਾ ਸੇਵਾਦਾਰ ਸੀ ਉੱਥੋਂ ਦਾ, ਉਹਨੇ ਦੱਸਿਆ ਕਿ ਇੱਥੇ ਬੁੱਚੜਖਾਨਾ ਖੋਲ੍ਹਿਆ। ਬੁੱਚੜਖਾਨੇ ਦੇ ਵਿੱਚ 2 ਮੁਸਲਮਾਨ ਨੇ, ਰਾਂਝਾ ਅਤੇ ਬੂਟਾ। ਇਹਨਾਂ ਦੋਨਾਂ ਨੇ ਬਹੁਤ, ਇਹ ਬਦਮਾਸ਼ ਨੇ, ਬਹੁਤ ਸ਼ਰਾਰਤਾਂ ਕਰਦੇ ਨੇ। ਇਹ ਮਾਸ ਹੱਥ ਵਿੱਚ ਫੜ ਕੇ, ਨੰਗਾ ਮਾਸ ਹੱਥ ਵਿੱਚ ਫੜ ਕੇ ਉਹ ਗੁਰਦੁਆਰੇ ਦੇ ਅੱਗੋਂ ਲੈ ਕੇ ਜਾਂਦੇ ਨੇ। ਉਹਨਾਂ ਦੇ ਮਗਰ ਕਾਂ ਹੁੰਦੇ ਨੇ, ਕੁੱਤੇ ਹੁੰਦੇ ਨੇ, ਉਹਨਾਂ ਨੂੰ ਬੂਟੀਆਂ ਪਾਉਂਦੀਆਂ ਨੇ। ਗੁਰਦੁਆਰੇ ਦੇ ਸਾਹਮਣੇ ਬੜੀ ਬੇਅਦਬੀ ਕਰਦੇ ਨੇ। ਇਸ ਤਰ੍ਹਾਂ ਸਿੱਖਾਂ ਨੂੰ ਜਦੋਂ ਇਸ ਤਰ੍ਹਾਂ ਦੀ ਗੱਲ ਦੱਸੀ ਤਾਂ ਸਿੱਖਾਂ ਨੂੰ ਬੜਾ ਗੁੱਸਾ ਆਇਆ ਕਿ ਇਸ ਤਰ੍ਹਾਂ ਸਾਡੇ ਗੁਰਦੁਆਰਿਆਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਅਤੇ ਕੋਈ ਵੀ ਕੁਝ ਨਹੀਂ ਕਰ ਰਿਹਾ। ਉਹ ਸਿੱਖਾਂ ਨੇ ਭੈਣੀ ਸਾਹਿਬ ਜਾਣ ਦੀ ਬਜਾਏ ਉਹ ਉੱਥੋਂ ਹੀ ਵਾਪਸ ਚਲੇ ਗਏ। ਉਹਨਾਂ ਨੇ ਜਾ ਕੇ ਸ਼ੀਨੀਵਾਲ ਦਲ ਸਿੰਘ ਦੇ ਘਰ ਡੇਰਾ ਲਾਇਆ ਅਤੇ ਦਲ ਸਿੰਘ ਦੇ ਨਾਲ ਸਲਾਹ ਕੀਤੀ। ਫਿਰ ਇੱਥੋਂ ਉਹ ਅੱਗੇ ਹੋਰ ਸਿੱਖਾਂ ਨੂੰ ਮਿਲੇ। ਉਹਨਾਂ ਨੇ ਆਪਣੇ ਨਾਲ ਸਿੱਖ ਇਕੱਠੇ ਕਰਨੇ ਸ਼ੁਰੂ ਕੀਤੇ, ਹਥਿਆਰ ਇਕੱਠੇ ਕਰਨੇ ਸ਼ੁਰੂ ਕੀਤੇ। 8 ਸਿੰਘ ਇਕੱਠੇ ਹੋਏ। ਉਹਨਾਂ ਨੇ ਫਿਰ ਹਵਨ ਕੀਤਾ ਅਤੇ ਉਹਨਾਂ ਨੇ 15 ਜੁਲਾਈ, ਪਹਿਲਾ ਜਿਹੜਾ ਹਮਲਾ ਹੋਇਆ ਅੰਮ੍ਰਿਤਸਰ ਵਿਖੇ ਉਹ 14-15 ਜੂਨ ਨੂੰ ਹੋਇਆ ਸੀ। 1 ਮਹੀਨੇ ਬਾਅਦ 15 ਜੁਲਾਈ 1871 ਦੀ ਰਾਤ ਨੂੰ ਮੀਂਹ ਪੈ ਰਿਹਾ ਸੀ। ਉਸ ਦਿਨ ਫਿਰ 8 ਸਿੰਘਾਂ ਨੇ ਜਾ ਕੇ ਇਸ ਬੁੱਚੜਖਾਨੇ 'ਤੇ ਹਮਲਾ ਕੀਤਾ। ਜਿਹੜਾ ਮੈਂ ਹੁਣੇ ਜ਼ਿਕਰ ਕੀਤਾ ਸੀ ਨਾ ਰਾਂਝਾ ਅਤੇ ਬੂਟੇ ਦਾ, ਇਹ ਦੋਵੇਂ ਇਹਨਾਂ ਨੇ ਇੱਕ ਦਿਨ ਕੀ ਕੀਤਾ, ਇਹਨਾਂ ਨੇ ਗਾਂ ਦਾ ਜਿਹੜਾ ਕੁਰੰਗ ਸੀ, ਉਹਦੀਆਂ ਹੱਡੀਆਂ ਦਾ ਪਿੰਜਰ ਸੀ, ਉਹ ਜਾ ਕੇ ਛੱਪੜ ਵਿੱਚ ਸੁੱਟ ਦਿੱਤਾ। ਅਤੇ ਹਿੰਦੂ ਬੜੇ ਨਾਰਾਜ਼ ਹੋਏ, ਲੜਾਈ ਹੋਈ। ਉਹਨਾਂ ਨੇ ਜਾ ਕੇ ਥਾਣੇ ਰਿਪੋਰਟ ਕੀਤੀ। ਜਦੋਂ ਉਹਨਾਂ ਨੇ ਥਾਣੇ ਰਿਪੋਰਟ ਕੀਤੀ, ਉੱਥੋਂ ਥਾਣੇਦਾਰ ਆਇਆ, ਤਹਿਸੀਲਦਾਰ ਆਇਆ, ਜਗਰਾਓਂ ਦੇ ਤਹਿਸੀਲਦਾਰ ਨੂੰ ਰਿਪੋਰਟ ਕੀਤੀ। ਉਹ ਆਇਆ ਕਿ ਅਸੀਂ ਇੱਥੋਂ ਪਾਣੀ ਭਰਦੇ ਹਾਂ, ਇਹ ਪਾਣੀ ਵਰਤਦੇ ਹਾਂ ਅਸੀਂ, ਇਹਦੇ ਵਿੱਚ ਉਹਨਾਂ ਨੇ ਗਾਂ ਦਾ ਕੁਰੰਗ ਸੁੱਟ ਦਿੱਤਾ ਹੈ ਅਤੇ ਹੁਣ ਇਹ ਪਾਣੀ ਸਾਰਾ ਜੂਠਾ ਕਰ ਦਿੱਤਾ ਹੈ। ਸਾਡੇ ਵਾਸਤੇ ਕਿੱਡੀ ਨਮੋਸ਼ੀ ਵਾਲੀ ਗੱਲ ਹੈ। ਉਹ ਇਸ ਤਰ੍ਹਾਂ ਦੇ ਕੰਮ ਅਨੇਕਾਂ ਹੀ ਕਰਦੇ ਸਨ। ਇੱਕ ਦਿਨ ਤਾਂ ਵੱਡਾ ਕੁਰੰਗ ਸੁੱਟ ਦਿੱਤਾ, ਪਰ ਵੈਸੇ ਛੋਟੀਆਂ ਮੋਟੀਆਂ ਹੱਡੀਆਂ ਉਹ ਆਮ ਹੀ ਸੁੱਟਦੇ ਰਹਿੰਦੇ ਸਨ। ਤਹਿਸੀਲਦਾਰ ਨੇ 10 ਰੁਪਈਏ ਜੁਰਮਾਨਾ ਕੀਤਾ ਰਾਂਝੇ ਨੂੰ।
ਰਾਂਝੇ ਨੂੰ 10 ਰੁਪਏ ਜੁਰਮਾਨਾ ਕਰ ਦਿੱਤਾ। ਅਤੇ ਉਹ ਰਾਂਝਾ ਜਿਹੜਾ ਸੀ ਉਸ ਦਿਨ, ਜਿਸ ਦਿਨ 15 ਜੁਲਾਈ ਨੂੰ, ਉਹ ਰਾਂਝਾ ਲੁਧਿਆਣੇ ਗਿਆ ਸੀ ਜਾ ਕੇ ਇਹ ਗੱਲ ਕਹਿਣ ਵਾਸਤੇ, ਅਰਜੀ ਪਾਉਣ ਗਿਆ ਸੀ। ਉਹਨੇ ਇੱਕ ਦਰਖਾਸਤ ਦੇਣ ਗਿਆ ਸੀ ਵੀ ਮੇਰਾ ਇਹ ਜੁਰਮਾਨਾ ਜਿਹੜਾ ਹੈ ਉਹ ਮਾफ़ ਕੀਤਾ ਜਾਵੇ। ਉਹ ਅਪੀਲ ਕਰਨ ਲੁਧਿਆਣੇ ਗਿਆ ਹੋਇਆ ਸੀ। ਰਾਂਝਾ ਹੈ ਨਹੀਂ ਸੀ, ਮਗਰੋਂ ਸਿਰਫ ਬੂਟਾ ਸੀ ਅਤੇ ਬਾਕੀ ਹੋਰ ਸਨ। ਜਦੋਂ ਹੁਣ ਸਿੱਖ ਜਿਹੜੇ ਸੀ ਇਹ 15 ਜੁਲਾਈ ਨੂੰ ਤਿਆਰੀ ਕਰਕੇ, ਰਾਤ ਨੂੰ ਮੀਂਹ ਪੈ ਰਿਹਾ, ਇਹਨਾਂ ਨੇ ਜਾ ਕੇ ਹਮਲਾ ਕਰਨਾ ਸੀ। ਇਹਨਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਅਤੇ ਇਹਨਾਂ ਨੇ ਅੰਦਰ ਬਾਹਰੋਂ ਆਵਾਜ਼ ਦਿੱਤੀ ਕਿ ਅਸੀਂ ਊਠਾਂ ਵਾਲੇ ਮੁਸਾਫਰ ਹਾਂ, ਜਿਨ੍ਹਾਂ ਨੇ ਸਾਨੂੰ ਹੁੱਕਾ ਤਾਜ਼ਾ ਕਰਨ ਲਈ ਅੱਗ ਚਾਹੀਦੀ ਹੈ। ਜਦੋਂ ਸਿੰਘਾਂ ਨੇ ਇਹ ਗੱਲ ਆਖੀ ਅਤੇ ਉਹਨਾਂ ਨੇ ਅੰਦਰੋਂ ਦਵਾ ਦਵ ਦਰਵਾਜ਼ਾ ਖੋਲ੍ਹ ਦਿੱਤਾ। ਜਦੋਂ ਦਰਵਾਜ਼ਾ ਖੋਲ੍ਹ ਦਿੱਤਾ, 5 ਸਿੱਖ ਅੰਦਰ ਵੜ ਗਏ, 3 ਸਿੱਖ ਬਾਹਰ ਦਰਵਾਜ਼ੇ 'ਤੇ ਖੜ੍ਹੇ ਰਹੇ ਪਹਿਰੇ 'ਤੇ ਕਿ ਕੋਈ ਬਾਹਰੋਂ ਆਣ ਕੇ ਇਹਨਾਂ ਦੀ ਮਦਦ ਨਾ ਕਰੇ। ਸਿੱਖਾਂ ਨੇ ਜਾ ਕੇ ਬੁੱਚੜਾਂ ਦੀਆਂ ਗਾਵਾਂ ਦੀਆਂ ਰੱਸੀਆਂ ਵੱਢ ਦਿੱਤੀਆਂ। ਅਤੇ ਜਿਹੜਾ ਰਾਂਝਾ ਸੀ ਉਹ ਤਾਂ ਲੁਧਿਆਣੇ ਗਿਆ ਹੋਇਆ ਸੀ, ਰਾਂਝਾ ਸੀ ਕੋਠੇ 'ਤੇ, ਜਿਹੜਾ ਦੂਸਰਾ ਸੀ ਬੂਟਾ ਉਹ ਉੱਥੇ ਹੀ ਸੀ। ਰਾਂਝਾ ਲੁਧਿਆਣੇ ਗਿਆ ਹੋਇਆ ਸੀ, ਬੂਟਾ ਛੱਤ 'ਤੇ ਸੀਗਾ। ਉਹਨੂੰ ਜਦੋਂ ਪਤਾ ਲੱਗਾ ਵੀ ਥੱਲੇ ਹਮਲਾ ਕਰ ਦਿੱਤਾ, ਉਹ ਛੱਤ ਤੋਂ ਛਾਲ ਮਾਰ ਕੇ ਥੱਲੇ ਉਤਰ ਕੇ ਉਹ ਪਿੱਛੇ ਭੱਜ ਗਿਆ। ਹੁਣ ਉੱਥੋਂ ਮਗਰੋਂ ਦਸੌਂਦੀ ਗੁੱਜਰ ਸੀ ਅਤੇ ਉਹਦੀ ਘਰਵਾਲੀ ਬੱਸੀ ਸੀ। ਇਹਨਾਂ ਦੋਵਾਂ ਨੂੰ ਮਾਰ ਦਿੱਤਾ ਸਿੱਖਾਂ ਨੇ। ਇਹਨਾਂ ਨੇ ਹਮਲਾ ਕੀਤਾ ਅਤੇ ਉਹ ਲੜਾਈ ਵਿੱਚ ਉਹ ਦੋਵੇਂ ਮਰ ਗਏ। ਰਾਂਝੇ ਦਾ ਮੁੰਡਾ ਸੀ 3-4 ਸਾਲ ਦਾ, ਉਹ ਜ਼ਖਮੀ ਹੋ ਗਿਆ। ਚੌਥੇ ਦਿਨ ਉਹ ਮੁੰਡਾ ਹੌਸਪੀਟਲ ਜਾ ਕੇ ਉਹ ਵੀ ਮਰ ਗਿਆ ਸੀ। 7 ਬੰਦੇ ਜ਼ਖਮੀ ਹੋਏ। 500 ਗਜ਼ ਦੀ ਦੂਰੀ 'ਤੇ ਸਿਰਫ ਥਾਣਾ ਸੀ, ਬਿਲਕੁਲ ਨਾਲ ਲੱਗਦਾ ਥਾਣਾ ਸੀ। ਥਾਣੇ ਦੇ ਵਿੱਚ ਜਿਹੜਾ ਵੱਡਾ ਥਾਣੇਦਾਰ ਸੀ ਉਹ ਸ਼ਹਿਰ ਵਿੱਚ ਸੁੱਤਾ ਹੋਇਆ ਸੀ। ਛੋਟਾ, ਜਿਹਨੂੰ ਆਪਾਂ ਸਬ ਇੰਸਪੈਕਟਰ ਕਹਿ ਸਕਦੇ ਹਾਂ, ਉਹ ਥਾਣੇ ਦੇ ਵਿੱਚ ਹੀ ਸੀ, ਪਰ ਉਹਨੂੰ ਬੁਖਾਰ ਚੜ੍ਹਿਆ ਹੋਇਆ ਸੀ। ਠੰਡ ਦੇ ਦਿਨ ਸਨ। ਉਹ ਵੀ ਰੌਲਾ 'ਤੇ ਪੈ ਗਿਆ। ਸਿੱਖ ਦਵਾ ਦਵ ਚਲੇ ਗਏ। ਰੌਲਾ ਪੈਣ ਤੋਂ ਬਾਅਦ ਵੀ ਕੋਈ ਬੰਦਾ ਵੀ ਅੰਦਰ ਬੁੱਚੜਖਾਨੇ 'ਚ ਨਾ ਗਿਆ। ਡਰਦੇ ਸਨ ਕਿ ਸ਼ਾਇਦ ਸਿੱਖ ਅੰਦਰ ਹੋਣਗੇ, ਹਮਲਾ ਕਰ ਦੇਣਗੇ। ਰਾਤ ਦਾ ਸਮਾਂ ਹੈ, ਮੀਂਹ ਪੈ ਰਿਹਾ ਆ, ਹਨੇਰੀ ਰਾਤ ਆ ਅਤੇ ਬਹੁਤਾ ਦਿਸਦਾ ਨਹੀਂ ਪਿਆ। ਇਸ ਕਰਕੇ ਦਿਨ ਚੜ੍ਹਦੇ ਤੱਕ ਕੋਈ ਵੀ ਪੁਲਿਸ ਵਾਲਾ ਉਸ ਬੁੱਚੜਖਾਨੇ ਦੇ ਅੰਦਰ, ਉਸ ਹਵੇਲੀ ਦੇ ਅੰਦਰ ਨਾ ਗਿਆ। ਸਾਰੇ ਬਾਹਰ ਹੀ ਖੜ੍ਹੇ ਰਹੇ। ਅਗਲੇ ਦਿਨ ਸਵੇਰੇ DC ਕਾਮਨ ਆਇਆ। ਉਹ ਆਪਣੇ ਨਾਲ ਸੁਪਰਡੈਂਟ ਮਿਸਟਰ ਹੈਚਲ ਨੂੰ ਲੈ ਕੇ ਆਇਆ। ਉਹਨੇ ਆਣ ਕੇ ਫਿਰ ਬੁੱਚੜਖਾਨਿਆਂ ਵਾਸਤੇ, ਜਿਹੜੇ ਬੁੱਚੜ ਸਨ ਉਹਨਾਂ ਦੀ ਸੁਰੱਖਿਆ ਵਾਸਤੇ, ਸਿਕਿਉਰਿਟੀ ਉਹਨਾਂ ਦੇ ਵਾਸਤੇ ਪਹਿਰਾ ਲਵਾ ਦਿੱਤਾ। ਜਿਹੜੇ ਜ਼ਖਮੀ ਸਨ ਉਹਨਾਂ ਦੇ ਵਾਸਤੇ ਸਿਵਲ ਸਰਜਨ ਭੇਜ ਕੇ ਉਹਨਾਂ ਦਾ ਇਲਾਜ ਕਰਾਇਆ ਗਿਆ। ਨਾਲ ਉਹਨੇ 1000 ਰੁਪਈਆ ਇਨਾਮ ਰੱਖ ਦਿੱਤਾ ਕਿ ਜਿਹੜਾ ਵੀ ਇਹਨਾਂ ਬਾਰੇ ਦੱਸੇਗਾ ਕਿ ਕਿਹਨਾਂ ਨੇ ਬੁੱਚੜ ਵੱਢੇ ਨੇ, ਉਹਨੂੰ 1000 ਰੁਪਈਆ ਇਨਾਮ ਦਿੱਤਾ ਜਾਏਗਾ। ਉਸ ਸਮੇਂ ਰਾਤ ਨੂੰ ਥਾਣੇ ਵਿੱਚ ਖੋਜੀਏ ਨਹੀਂ ਸਨ, ਜਿਨ੍ਹਾਂ ਨੂੰ ਆਪਾਂ ਡਿਟੈਕਟਿਵ ਕਹਿ ਦਿੰਦੇ ਅੱਜ ਕੱਲ੍ਹ। ਉਸ ਸਮੇਂ ਰਾਤ ਨਹੀਂ ਸਨ, ਇਸ ਕਰਕੇ ਉਹ ਸਿੱਖਾਂ ਦੇ ਮਗਰ ਕੋਈ ਵੀ ਭੱਜ ਕੇ ਨਾ ਗਿਆ। ਮੀਂਹ ਪੈਣ ਕਰਕੇ ਸਿੱਖਾਂ ਦੀ ਪੈੜ ਜਿਹੜੀ ਸੀ ਉਹ ਬਹੁਤ ਜ਼ਿਆਦਾ ਨਾ ਲੱਭੀ। ਫਿਰ ਵੀ ਉਹਨਾਂ ਨੇ ਕੇਸ ਦੀ ਪੈਰਵਾਈ ਤਾਂ ਕਰਨੀ ਹੀ ਸੀ। ਭੰਗਾ ਅਤੇ ਭੂਪਾ 2 ਖੋਜੀ ਸਨ, ਉਹਨਾਂ ਨੂੰ ਲਾਇਆ ਗਿਆ। ਉਹਨਾਂ ਨੇ ਜਾ ਕੇ ਜਦੋਂ ਪੂਰੀ ਛਾਣਬੀਨ ਕੀਤੀ, ਛਾਣਬੀਨ ਕਰਦਿਆਂ ਇਹ ਪਤਾ ਲੱਗਾ ਕਿ ਸ਼ੀਨੇਵਾਲ ਉਹ ਪਹੁੰਚ ਗਏ ਦਲ ਸਿੰਘ ਦੇ ਘਰ। ਦਲ ਸਿੰਘ ਅਤੇ ਉਹਦੀ ਪਤਨੀ ਰਾਮ ਕੌਰ, ਦੋਨਾਂ ਨੂੰ ਉਹਨਾਂ ਨੇ ਮਾਰਿਆ, ਕੁੱਟਿਆ ਥਾਣੇ 'ਚ ਲਿਜਾ ਕੇ। ਜਦੋਂ ਜ਼ਿਆਦਾ ਮਾਰਿਆ ਅਤੇ ਜਿਹੜੀ ਰਾਮ ਕੌਰ ਸੀ ਉਹ ਡਰਦੀ, ਉਹਨੇ ਦੱਸ ਦਿੱਤਾ ਕਿ ਪਿੱਥੋਂ ਪਿੰਡ ਬਾਰੇ ਦੱਸਿਆ ਕਿ ਸ਼ਾਇਦ ਉੱਥੋਂ ਸਿੱਖ ਆਏ ਸਨ। ਉਹਨੇ ਇੱਕ ਹੋਰ ਕਲੂ ਦੇ ਦਿੱਤਾ। ਹੁਣ ਜਦੋਂ ਇਹ ਕਲੂ ਮਿਲਿਆ ਅਤੇ ਫਿਰ DC ਨੇ ਪਟਿਆਲੇ ਅਤੇ ਨਾਭੇ ਦੇ ਰਾਜਿਆਂ ਨੂੰ ਇਹ ਗੱਲ ਆਖੀ ਵੀ ਤੁਹਾਡੇ ਇਲਾਕੇ ਦਾ ਪਤਾ ਲੱਗਿਆ ਵੀ ਉੱਥੋਂ ਦੇ ਲੋਕ ਸਨ ਜਿਨ੍ਹਾਂ ਨੇ ਆਣ ਕੇ ਹਮਲਾ ਕੀਤਾ ਸੀ। ਤੁਸੀਂ ਆਪਣੇ ਇਲਾਕੇ ਵਿੱਚ ਸਿੱਖ ਜਿਹੜਾ ਵੀ ਹੈ ਉਹਨੂੰ ਫੜੋ। ਪਟਿਆਲੇ ਦੇ ਰਾਜੇ ਮਹਿੰਦਰ ਸਿੰਘ ਨੇ 250 ਰੁਪਈਏ ਦਾ ਇਨਾਮ ਰੱਖਿਆ ਕਿ ਜਿਹੜਾ ਬੰਦਾ ਇਹਨਾਂ ਬਾਰੇ ਸਾਨੂੰ ਦੱਸੇਗਾ ਉਹਨੂੰ ਅਸੀਂ 250 ਰੁਪਈਆ ਇਨਾਮ ਦੇਵਾਂਗੇ। ਇਹ ਹੁਣ ਸਿੰਘਾਂ ਦੀ ਖਬਰ ਇੱਕ ਬੰਦੇ ਨੇ ਆਣ ਕੇ ਲਾਲਚ ਵਿੱਚ ਖਬਰ ਦੇ ਦਿੱਤੀ ਕਿ ਫਲਾਣੇ ਸਿੰਘ ਨੇ, ਜਿਨ੍ਹਾਂ ਨੇ ਬੁੱਚੜਖਾਨੇ 'ਤੇ ਹਮਲਾ ਕੀਤਾ ਰਾਏਕੋਟ ਵਾਲਿਆਂ 'ਤੇ, ਉਹਨਾਂ ਨੂੰ 8 ਦੇ 8 ਸਿੰਘਾਂ ਨੂੰ 21 ਜੁਲਾਈ 1871 ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। 1 ਹਫ਼ਤੇ ਦੇ ਅੰਦਰ ਹੀ ਸਿੱਖ ਗ੍ਰਿਫਤਾਰ ਹੋ ਜਾਂਦੇ ਨੇ। ਉਹਨਾਂ 'ਤੇ ਕੇਸ ਚਲਾਇਆ ਜਾਂਦਾ ਕਿਉਂਕਿ ਅੰਮ੍ਰਿਤਸਰ ਵਾਲਾ ਪਹਿਲਾਂ
ਅੰਮ੍ਰਿਤਸਰ ਵਾਲਾ ਕਾਂਡ ਹੋ ਚੁੱਕਿਆ ਸੀ, ਬੁੱਚੜਾਂ 'ਤੇ ਹਮਲਾ ਕਰ ਦਿੱਤਾ ਸੀ, ਹਾਲੇ ਉਹਦੀ ਕੋਰਟ 'ਚ ਟ੍ਰਾਇਲ ਚੱਲ ਰਿਹਾ ਸੀ, ਉਹਦੇ ਉੱਤੇ ਕੋਈ ਸਜ਼ਾ ਨਹੀਂ ਸੀ ਸੁਣਾਈ ਗਈ, ਅਤੇ ਉੱਧਰੋਂ ਜਿਹੜਾ ਇਹ ਕਾਂਡ ਸੀ ਆਪਣਾ ਰਾਏਕੋਟ ਵਾਲਾ, ਇੱਥੇ ਹਮਲਾ ਕਰ ਦਿੱਤਾ। ਇਸ ਕਰਕੇ ਜਿਹੜੀ ਗੌਰਮੈਂਟ ਸੀ ਉਹ ਬਹੁਤ ਡਰ ਗਈ ਕਿ ਇੱਕ ਹਮਲਾ ਹੋਇਆ ਅੰਮ੍ਰਿਤਸਰ, ਉੱਧਰੋਂ ਲਾਹੌਰ ਵਿੱਚ ਉਹ ਸਿੱਖ ਨੇ ਜੱਜ ਮਾਰ ਦਿੱਤਾ, ਇੱਧਰੋਂ ਰਾਏਕੋਟ 'ਤੇ ਹਮਲਾ ਹੋ ਗਿਆ, ਇੱਕ ਦੋ ਹੋਰ ਥਾਵਾਂ 'ਤੇ ਸਿੱਖਾਂ ਦੀਆਂ ਆਪਸ ਵਿੱਚ ਝੜਪਾਂ ਹੋਈਆਂ, ਲੜਾਈ ਹੋਈ ਮੁਸਲਮਾਨਾਂ ਨਾਲ, ਮਾਛੀਵਾੜੇ ਵੀ ਬੁੱਚੜਖਾਨਾ ਖੋਲ੍ਹਿਆ ਗਿਆ ਸੀ, ਇੱਥੇ ਵੀ ਸਿੱਖਾਂ ਦੀ ਲੜਾਈ ਹੋਈ। ਜਦੋਂ ਸਾਰੇ ਪਾਸੇ ਇਸ ਤਰ੍ਹਾਂ ਦਾ ਹੋਣ ਲੱਗ ਗਿਆ ਅਤੇ ਅੰਗਰੇਜ਼ ਸਰਕਾਰ ਬਹੁਤ ਜ਼ਿਆਦਾ ਡਰ ਗਈ ਕਿ ਇਹ ਜਿੰਨੇ ਸਿੱਖ ਸਾਰੇ ਪਾਸੇ ਕੌਣ ਆ ਰਹੇ ਨੇ, ਸਿਰਫ ਨਾਮਧਾਰੀ ਕੂਕੇ, ਨਾ ਕੋਈ ਹਿੰਦੂ ਅੱਗੇ ਆ ਰਿਹਾ, ਨਾ ਨਿਹੰਗ ਸਿੰਘ ਅੱਗੇ ਆ ਰਹੇ ਨੇ, ਨਾ ਨਿਰਮਲੇ ਅੱਗੇ ਆ ਰਹੇ ਨੇ, ਨਾ ਪੁਜਾਰੀ ਅੱਗੇ ਆ ਰਹੇ ਨੇ, ਸਿਰਫ ਅਤੇ ਸਿਰਫ ਸਾਰੇ ਕੇਸਾਂ 'ਚ ਨਾਮਧਾਰੀ ਅੱਗੇ ਆ ਰਹੇ ਨੇ। ਉਹ ਸਾਡੇ ਖਿਲਾਫ ਉਹਨਾਂ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਇਸੇ ਟਾਈਮ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਤੋਂ ਹੀਰਾ ਸਿੰਘ ਲੰਬੂ ਇੱਕ ਸੀ, ਇੱਕ ਹੀਰਾ ਸਿੰਘ ਮਦਰਾ, ਦੋ ਇੱਕੋ ਪਿੰਡ 'ਚ ਦੋ ਹੀਰਾ ਸਿੰਘ ਜੀ ਸਨ। ਉਹਨਾਂ ਦੋਨਾਂ ਨੇ ਜਾ ਕੇ ਕਸ਼ਮੀਰ ਵਿੱਚ ਕੂਕਾ ਪਲਟਨ ਬਣਾ ਦਿੱਤੀ ਸੀ, ਕੂਕਾ ਫੌਜ ਸ਼ੁਰੂ ਕਰ ਦਿੱਤੀ ਸੀ। ਉੱਥੇ 300 ਸਿੱਖ ਜਿਹੜਾ ਸੀ ਆਲਰੇਡੀ ਉਹਦੇ ਵਿੱਚ ਸ਼ਾਮਿਲ ਹੋ ਚੁੱਕਿਆ ਸੀ, ਭਰਤੀ ਹੋ ਚੁੱਕਿਆ ਸੀ, ਜਿਹਦੇ ਵਿੱਚ ਸਿਪਾਹੀ ਨੂੰ 9 ਰੁਪਏ ਤਨਖਾਹ ਦਿੱਤੀ ਜਾਂਦੀ ਸੀ ਮਹੀਨੇ ਦੀ, ਅਤੇ ਉਸ ਤੋਂ ਵੱਡੇ ਜਿਵੇਂ ਜਿਵੇਂ ਰੈਂਕ ਸਨ ਉਹਨਾਂ ਨੂੰ ਸੂਬੇਦਾਰ ਬਣਾਇਆ ਗਿਆ, 10 ਰੁਪਏ 11 13 14 ਤੱਕ ਇਸ ਤਰ੍ਹਾਂ ਸਾਰਿਆਂ ਨੂੰ ਪੈਸੇ ਦਿੱਤੇ ਜਾਂਦੇ ਸਨ, ਬਾਹਰ ਨਾਲੋਂ 1 ਰੁਪਈਆ ਵੱਧ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਜਿਹੜੀ ਉਹ ਫੌਜ ਸੀ ਉਹਦੇ ਵਿੱਚ ਸਿੱਖ ਜਿਹੜੇ ਸਨ ਕੂਕਾ ਪਲਟਨ ਦੇ ਵਿੱਚ ਬਹੁਤ ਸਿੱਖ ਸ਼ਾਮਿਲ ਹੋਣ ਲੱਗ ਗਏ ਸਨ। ਉਹਦੀ ਵੀ ਖਬਰ ਅੰਗਰੇਜ਼ਾਂ ਕੋਲ ਸੀ ਕਿ ਜਿਹੜਾ ਕਸ਼ਮੀਰ ਦਾ ਇਮਾਨਦੀਨ ਸੀ ਮੁਸਲਮਾਨ, ਵੀ ਉਹਦੇ ਕੋਲ ਜਾ ਕੇ ਸਿੱਖਾਂ ਨੇ ਇੱਕ ਵੱਖਰੀ ਪਲਟਨ ਕੂਕਾ ਪਲਟਨ ਬਣਾ ਲਈਏ, ਉਹਦੇ ਵਿੱਚ ਕੂਕੇ ਇਕੱਠੇ ਹੋ ਰਹੇ ਨੇ, ਉੱਥੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ, ਕਿਉਂਕਿ ਪੰਜਾਬ ਵਿੱਚ ਸ਼ਸਤਰ ਰੱਖਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ, ਪੰਜਾਬ 'ਚ ਸ਼ਸਤਰ ਨਹੀਂ ਸੀ ਰੱਖ ਸਕਦੇ। ਇਸੇ ਕਰਕੇ ਸਾਧੂ ਰਾਮ ਸਿੰਘ ਜੀ ਨੇ ਹੁਕਮ ਕੀਤਾ ਸੀ ਵੀ ਆਪਾਂ ਨੂੰ 3 ਫੁੱਟ ਦੀ ਕਿਰਪਾਨ ਰੱਖਣ ਦੀ ਲੋੜ ਨਹੀਂ, ਆਪਾਂ ਐਜ਼ ਏ ਸਿੰਬਲ ਵਜੋਂ ਅਸੀਂ ਖੰਘੇ ਵਿੱਚ ਕਿਰਪਾਨ ਰੱਖਾਂਗੇ। ਇਹ ਸਾਧੂ ਰਾਮ ਸਿੰਘ ਜੀ ਨੇ ਉਸ ਸਮੇਂ ਚੇਂਜ ਕੀਤਾ ਸੀ ਇਸ ਮਰਜ਼ਾਦਾ ਨੂੰ, ਕਿਉਂਕਿ ਸਤਿਗੁਰ ਹੀ ਮਰਜ਼ਾਦਾ ਨੂੰ ਬਦਲ ਸਕਦੇ ਨੇ। ਸਮੇਂ ਸਮੇਂ ਅਨੁਸਾਰ ਸਤਿਗੁਰ ਹੀ ਨਵੇਂ ਵਾਅਦੇ ਕਰਦੇ ਆਏ ਨੇ, ਸਤਿਗੁਰ ਹੀ ਇਸ ਮਰਜ਼ਾਦਾ ਨੂੰ ਬਦਲਦੇ ਰਹੇ ਨੇ ਸਮੇਂ ਦੇ ਹਿਸਾਬ ਨਾਲ। ਅੰਗਰੇਜ਼ਾਂ ਨੂੰ ਸਾਰੇ ਪਾਸਿਓਂ ਡਰ ਪੈ ਗਿਆ, ਕਿਉਂਕਿ ਜਿਹੜੀ ਉਹ ਕੂਕਾ ਪਲਟਨ ਸੀ ਉਹਨੂੰ ਵੀ ਖ਼ਤਮ ਕਰਵਾਇਆ ਰਾਜੇ ਨੂੰ ਕਹਿ ਕੇ। ਉੱਥੇ ਉਹਨਾਂ ਨੇ 10 ਮਹੀਨੇ ਸਿੱਖਾਂ ਨੂੰ ਤਨਖਾਹ ਨਹੀਂ ਦਿੱਤੀ। ਉੱਥੇ 10 ਮਹੀਨੇ ਤੋਂ ਬਾਅਦ ਉਹ ਜਿਹੜੀ 71 ਵਿੱਚ ਹੀ ਜਿਹੜੀ ਉਹ ਕੂਕਾ ਪਲਟਨ ਸੀ ਉਹ ਖ਼ਤਮ ਕਰਵਾ ਦਿੱਤੀ, ਸਿੱਖਾਂ ਨੂੰ ਆਪਣੇ ਆਪਣੇ ਘਰੇ ਭੇਜ ਦਿੱਤਾ। ਇੱਧਰ ਪੰਜਾਬ ਵਿੱਚ ਹਮਲੇ ਹੋਣੇ ਸ਼ੁਰੂ ਹੋ ਗਏ। ਇਸ ਕਰਕੇ ਅੰਗਰੇਜ਼ ਹਕੂਮਤ ਬਹੁਤ ਡਰ ਗਈ, ਜਿਹੜਾ ਕਿ 21 ਜੁਲਾਈ ਨੂੰ 15 ਨੂੰ ਸਿੱਖ ਬੁੱਚੜਾਂ 'ਤੇ ਹਮਲਾ ਕਰਦੇ ਨੇ, 21 ਜੁਲਾਈ ਨੂੰ ਸਿੱਖਾਂ ਨੂੰ ਫੜਿਆ ਜਾਂਦਾ ਹੈ ਅਤੇ 27 ਜੁਲਾਈ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਇਹਨਾਂ ਨੂੰ। ਸਿਰਫ 2 ਹਫ਼ਤਿਆਂ ਦੇ ਅੰਦਰ ਅੰਦਰ ਹੀ ਇਹ ਸਾਰਾ ਕੁਝ ਕਰ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾਂ ਕਿਉਂਕਿ ਅੰਮ੍ਰਿਤਸਰ ਵਾਲੇ ਜਿਹੜੇ ਸ਼ਹੀਦ ਸਿੱਖ ਨੇ ਉਹ ਸਤੰਬਰ 'ਚ ਹੁੰਦੇ ਨੇ, ਪਰ 5 ਅਗਸਤ 1871 ਨੂੰ ਇਹ ਜਿਹੜੇ ਰਾਏਕੋਟ ਵਾਲੇ ਸਿੱਖ ਸਨ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਵੀ 5 ਅਗਸਤ ਨੂੰ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਫਿਰ ਇਹਨਾਂ ਨੂੰ ਰਾਏਕੋਟ ਉੱਥੇ ਹੀ ਲਿਜਾ ਕੇ ਬੱਲੀਆਂ ਗੱਡ ਕੇ ਉੱਥੇ ਸ਼ਰੇਆਮ ਲੋਕਾਂ ਦੇ ਸਾਹਮਣੇ, ਜਿਹਦੇ ਵਿੱਚ ਕੋਈ 200-250 ਲੋਕ ਇਕੱਠੇ ਹੋਏ ਰਾਏਕੋਟ ਸ਼ਹਿਰ ਦੇ, ਉਹਨਾਂ ਦੇ ਸਾਹਮਣੇ ਸਿੱਖਾਂ ਨੂੰ ਮੰਗਲ ਸਿੰਘ ਜੀ, ਮਸਤਾਨ ਸਿੰਘ ਜੀ ਅਤੇ ਗੁਰਮੁਖ ਸਿੰਘ ਜੀ ਇਹਨਾਂ ਨੂੰ ਫਾਂਸੀ ਲਾਇਆ ਜਾਂਦਾ ਹੈ। ਅਤੇ ਉਹ ਆਪਣੀ ਇਸ਼ਨਾਨ ਕਰਕੇ ਉਹਨਾਂ ਨੇ ਵੀ ਇਹੀ ਆਖਿਆ ਸੀ ਕਿ ਅਸੀਂ ਚਮੜੇ ਦੇ ਰੱਸੇ ਨਹੀਂ ਪ੍ਰਵਾਨ ਕਰਨੇ, ਉਹਨਾਂ ਨੇ ਵੀ ਰੇਸ਼ਮ ਦੇ ਰੱਸੇ ਅਪਣਾਏ, ਆਪਣੇ ਗਲ ਵਿੱਚ ਆਪ ਫਾਂਸੀ ਪਾਈ। ਉਹ ਤਿੰਨੇ ਸਿੱਖ ਉੱਥੇ ਸ਼ਹੀਦ ਹੁੰਦੇ ਨੇ, ਮੰਗਲ ਸਿੰਘ ਜੀ, ਮਸਤਾਨ ਸਿੰਘ ਜੀ ਅਤੇ ਗੁਰਮੁਖ ਸਿੰਘ ਜੀ। ਸੂਬਾ ਗਿਆਨੀ ਰਤਨ ਸਿੰਘ ਜੀ ਅਤੇ ਰਤਨ ਸਿੰਘ ਜੀ, ਇਹਨਾਂ ਦੋਨਾਂ ਨੂੰ ਵੀ ਇਸੇ ਕੇਸ ਵਿੱਚ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ। ਰਾਏਕੋਟ ਵਾਲੇ ਬਾਅਦ ਵਿੱਚ ਇਹ ਗੱਲ ਆਖੀ ਗਈ ਸੀ ਕਿ ਇਹਨਾਂ ਨੇ ਸਿੱਖਾਂ ਨੂੰ ਭੜਕਾਉਣ ਵਿੱਚ ਜਾਂ ਇਸ ਰਾਏਕੋਟ ਦੇ ਬੁੱਚੜਖਾਨੇ ਨੂੰ ਵੱਢਣ ਵਿੱਚ ਸਾਰੀ ਜ਼ਿੰਮੇਵਾਰੀ ਜਿਹੜੀ ਸੀ ਉਹ ਸੂਬਾ ਗਿਆਨੀ ਰਤਨ ਸਿੰਘ ਜੀ ਅਤੇ ਰਤਨ ਸਿੰਘ ਜੀ ਇਹਨਾਂ ਦੋਨਾਂ ਦੀ ਸੀ। ਇਹ ਮਾਸਟਰ ਮਾਈਂਡ ਸਨ। ਇਹ ਗੱਲ ਕਹਿ ਕੇ ਇਹਨਾਂ ਨੂੰ ਦੋਵਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। ਇੱਕ ਕੋਰਟ ਲੋਅਰ ਕੋਰਟ 'ਚੋਂ ਹਾਇਰ ਕੋਰਟ 'ਚ ਕੇਸ ਜਾਂਦਾ ਹੈ। ਉੱਥੇ ਜਾ ਕੇ ਜਿਹੜਾ ਜੱਜ ਸੀ ਉਹਨੇ ਇਹ ਗੱਲ ਆਖ ਦਿੱਤੀ ਕਿ ਮੈਨੂੰ ਇਹ ਕਿਸੇ ਵੀ ਪ੍ਰੂਫ ਨਹੀਂ ਮਿਲਦਾ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਉਹਨੇ ਫਾਂਸੀ ਦੀ ਸਜ਼ਾ ਨੂੰ ਕੱਟ ਕੇ ਉਹਨੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ।
ਜਦੋਂ ਉਹਨੇ ਤਬਦੀਲ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਸਜ਼ਾ, ਕਿਉਂਕਿ ਅੰਗਰੇਜ਼ ਚਾਹੁੰਦੇ ਸਨ ਵੀ ਅਸੀਂ ਇਹ ਵਿਖਾਈਏ ਵੀ ਅਸੀਂ ਕੋਰਟ 'ਚ ਕੇਸ ਨੂੰ ਲਿਜਾ ਕੇ ਤੇ ਫਿਰ ਇਹਨਾਂ ਨੂੰ ਸਜ਼ਾ ਸੁਣਾਈਏ, ਪਰ ਅਸੀਂ ਕਰੀਏ ਵੀ ਆਪਣੀ ਮਨਮਰਜ਼ੀ। ਫਿਰ ਉਹਨਾਂ ਨੇ ਸੋਚਿਆ ਕਿ ਇਸ ਜੱਜ ਨੇ ਇਸ ਤਰ੍ਹਾਂ ਦਾ ਕਮੈਂਟ ਲਿਖ ਕੇ ਇਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਕੱਟ ਕੇ ਉਮਰ ਕੈਦ ਦੀ ਸਜ਼ਾ ਵਿੱਚ ਤਬਦੀਲ ਕਰ ਦਿੱਤਾ ਹੈ। ਉਹਨਾਂ ਨੇ ਫਿਰ ਕੋਰਟ ਜਿਹੜਾ ਕੇਸ ਸੀਗਾ ਉਹ ਹਾਈਅਰ ਕੋਰਟ ਵਿੱਚ ਫਿਰ ਲੈ ਗਏ। ਉਸ ਕੋਰਟ 'ਚ ਲਿਜਾ ਕੇ ਉਸ ਜੱਜ ਨੇ ਫਿਰ ਇਹ ਗੱਲ ਆਖ ਦਿੱਤੀ ਕਿ ਨਹੀਂ, ਇਹਨਾਂ ਨੂੰ ਫਾਂਸੀ ਦੀ ਸਜ਼ਾ ਹੀ ਦਿੱਤੀ ਜਾਏਗੀ। ਕਿਉਂਕਿ ਜਿਹੜੇ ਸੂਬਾ ਗਿਆਨੀ ਰਤਨ ਸਿੰਘ ਜੀ ਸਨ ਨਾ, ਸਤਿਗੁਰੂ ਰਾਮ ਸਿੰਘ ਜੀ ਨੇ ਸਰਕਾਰੀ ਅੰਗਰੇਜ਼ਾਂ ਦੀ ਅਦਾਲਤ ਦਾ ਬਾਈਕਾਟ ਕੀਤਾ ਸੀ। ਸੂਬਾ ਗਿਆਨੀ ਰਤਨ ਸਿੰਘ ਜੀ ਬਹੁਤ ਸੂਝਵਾਨ ਸਨ। ਸਤਿਗੁਰੂ ਰਾਮ ਸਿੰਘ ਜੀ ਵੱਲੋਂ ਉਹ ਮੈਜਿਸਟਰੇਟ ਥਾਪੇ ਹੋਏ ਸਨ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਸੀ ਪੰਚਾਇਤਾਂ ਵਿੱਚ ਬੈਠ ਕੇ ਸਿੱਖਾਂ ਦੇ ਝਗੜੇ ਜਾਂ ਘਰ 'ਚ ਜਿਹੜੇ ਮਸਲੇ ਹੁੰਦੇ ਨੇ ਕੋਈ ਵੀ ਆਪਸੀ, ਉਹ ਅੰਗਰੇਜ਼ੀ ਅਦਾਲਤ ਵਿੱਚ ਨਾ ਲਿਜਾਏ ਜਾਣ, ਉਹ ਆਪਣੀਆਂ ਅਦਾਲਤਾਂ ਵਿੱਚ ਲਿਜਾਏ ਜਾਣ ਜਿਹੜੀਆਂ ਸਤਿਗੁਰੂ ਰਾਮ ਸਿੰਘ ਜੀ ਨੇ ਬਣਾਈਆਂ ਸਨ। ਉਹਦੇ ਵਿੱਚ ਸੂਬਾ ਗਿਆਨੀ ਰਤਨ ਸਿੰਘ ਜੀ ਨੂੰ ਮੈਜਿਸਟਰੇਟ ਦੀ ਉਪਾਧੀ ਦਿੱਤੀ ਹੋਈ ਸੀ। ਇਹ ਬਹੁਤ ਸੂਝਵਾਨ ਸਿਆਣੇ ਸਨ। ਇਹ ਪੰਜਾਬ ਵਿੱਚ ਬਹੁਤ ਥਾਵਾਂ 'ਤੇ ਜਾ ਕੇ ਲੋਕਾਂ ਦੇ ਝਗੜਿਆਂ ਨੂੰ ਬੜੀ ਸੂਝਵਾਨ ਨਾਲ, ਸੂਝਬੀਰਤਾ ਨਾਲ ਸੁਲਝਾਉਂਦੇ ਸਨ, ਉਹਨਾਂ ਦੇ ਫੈਸਲੇ ਕਰਦੇ ਸਨ। ਇਸ ਕਰਕੇ ਉਹ ਕਿਸੇ ਵੀ ਹਾਲਤ ਵਿੱਚ ਸੂਬਾ ਗਿਆਨੀ ਰਤਨ ਸਿੰਘ ਜੀ ਨੂੰ ਨਹੀਂ ਸਨ ਛੱਡਣਾ ਚਾਹੁੰਦੇ, ਕਿਉਂਕਿ ਅੰਗਰੇਜ਼ੀ ਅਦਾਲਤ ਦੇ ਪੈਰਲਲ ਜਿਹੜੀ ਅਦਾਲਤ ਸਤਿਗੁਰੂ ਰਾਮ ਸਿੰਘ ਜੀ ਨੇ ਪੰਚਾਇਤ ਦੇ ਰੂਪ ਵਿੱਚ, ਉਹਨੂੰ ਪੰਚਾਇਤ ਦਾ ਨਾਮ ਦਿੱਤਾ ਗਿਆ ਸੀ, ਉਹ ਖੜੀ ਕੀਤੀ ਸੀ, ਉਹਦੇ ਵਿੱਚ ਇਹ ਮੈਜਿਸਟਰੇਟ ਸਨ। ਇਸ ਕਰਕੇ ਉਹ ਇਹਨਾਂ ਨੂੰ ਨਹੀਂ ਸਨ ਛੱਡਣਾ ਚਾਹੁੰਦੇ। ਫਿਰ ਉਹਨਾਂ ਨੇ ਇਹ ਗੱਲ ਕਹਿ ਕੇ ਕਿ ਇਹਨਾਂ ਨੂੰ ਦੁਬਾਰਾ ਫਾਂਸੀ ਦੀ ਹੀ ਸਜ਼ਾ ਦਿੱਤੀ ਜਾਵੇ। ਸੂਬਾ ਗਿਆਨੀ ਰਤਨ ਸਿੰਘ ਜੀ ਅਤੇ ਰਤਨ ਸਿੰਘ ਜੀ, ਇਹਨਾਂ ਨੂੰ 26 ਨਵੰਬਰ 1871 ਨੂੰ ਲੁਧਿਆਣੇ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਅੰਗਰੇਜ਼ ਹਕੂਮਤ ਨਾਮਧਾਰੀਆਂ ਤੋਂ ਇੰਨਾ ਡਰਦੀ ਸੀ, ਉਹ ਸੋਚਦੀ ਸੀ ਕਿ ਜਿੰਨੀ ਵੱਧ ਤੋਂ ਵੱਧ ਇਹਨਾਂ ਨੂੰ, ਕਿਉਂਕਿ ਉਸ ਸਮੇਂ ਸਜ਼ਾ ਜਿਹੜੀ ਸੀ ਅੰਦਰ ਫਾਂਸੀ ਦੀ ਦਿੱਤੀ ਜਾ ਸਕਦੀ ਸੀ, ਅੰਦਰ ਕਿਸੇ ਕਮਰੇ ਵਿੱਚ ਦਿੱਤੀ ਜਾ ਸਕਦੀ ਸੀ, ਪਰ ਅੰਗਰੇਜ਼ ਸਰਕਾਰ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਅੰਦਰ ਲੁਕੋ ਕੇ ਫਾਂਸੀ ਦੀ ਸਜ਼ਾ ਨਹੀਂ ਸੀ ਸੁਣਾਉਣੀ ਚਾਹੁੰਦੇ। ਉਹ ਸੋਚਦੇ ਸਨ ਕਿ ਅਸੀਂ ਇਹਨਾਂ ਨੂੰ ਬਾਹਰ ਲੋਕਾਂ ਦੇ ਵਿੱਚ ਖਿਲਾਰ ਕੇ ਸਾਰੇ ਦੇ ਸਾਹਮਣੇ ਦਿਨ ਦਿਹਾੜੇ ਇਹਨਾਂ ਨੂੰ ਅਸੀਂ ਫਾਂਸੀ ਦੀ ਸਜ਼ਾ ਸੁਣਾਵਾਂਗੇ ਅਤੇ ਇਹਨਾਂ ਨੂੰ ਵੇਖ ਕੇ ਇਹਨਾਂ ਦਾ ਭਾਈਚਾਰਾ, ਦੂਸਰੇ ਸਿੱਖ ਵੀ ਡਰਨਗੇ ਅਤੇ ਸਾਡੇ ਖਿਲਾਫ ਕੋਈ ਵੀ ਆਵਾਜ਼ ਨਹੀਂ ਉੱਚੀ ਚੁੱਕੇਗਾ। ਇਹ ਉਹਨਾਂ ਦੀ ਪਾਲਿਸੀ ਸੀ। ਇਸ ਕਰਕੇ ਉਹ ਲੁਧਿਆਣੇ ਜਿਹੜਾ ਆਪਣੇ ਕੋਲ ਸ਼ਹੀਦੀ ਸਮਾਰਕ ਹੈ, ਉੱਥੇ ਬੋਰਡ ਦੇ ਨਾਲ ਦਿਨੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਇਹ ਸਰਕਾਰ ਜਿਹੜੀ ਇਹ ਜੇਲ੍ਹ ਦੇ ਅੰਡਰ ਜਗ੍ਹਾ ਆਉਂਦੀ ਸੀ, ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਕਿਸੇ ਤਰੀਕੇ ਇਹ ਜਗ੍ਹਾ ਮਿਲ ਜਾਵੇ। ਬੇਅੰਤ ਸਿੰਘ ਜੀ ਮੁੱਖ ਮੰਤਰੀ ਸਨ ਪੰਜਾਬ ਦੇ, ਉਹਨਾਂ ਦਾ ਟਾਈਮ ਆਇਆ। ਜਦੋਂ ਉਹਨਾਂ ਦਾ ਟਾਈਮ ਆਇਆ, ਮੈਨੂੰ ਸੁਪਨੇ 'ਚ ਵਾਂਗੂ ਯਾਦ ਆ ਮਾੜਾ ਮਾੜਾ, ਉਦਣ ਜਿੱਦਣ ਉੱਥੇ ਲੁਧਿਆਣੇ ਪ੍ਰੋਗਰਾਮ ਹੋਇਆ, ਬੇਅੰਤ ਸਿੰਘ ਜੀ ਆਏ ਸਨ, ਅਸੀਂ ਵੀ ਗਏ ਸਨ ਅਤੇ ਮੈਂ ਤਾਂ ਉਦੋਂ ਕਾਫੀ ਬੱਚਾ ਸੀ, ਛੋਟਾ ਸੀ, ਪਰ ਉਹ ਮੈਨੂੰ ਸੁਪਨੇ ਵਾਂਗੂ ਯਾਦ ਆਉਂਦਾ। ਜਦੋਂ ਅੱਜ ਕੱਲ੍ਹ ਅਸੀਂ ਉਪਦੇਸ਼ ਸੁਣਦੇ ਹਾਂ, ਫਿਰ ਯਾਦ ਆਉਂਦਾ ਵੀ ਵਾਕਈ ਇਹ ਉਸ ਦਿਨ ਦਾ ਉਪਦੇਸ਼ ਆ। ਉਦਣ ਬੇਅੰਤ ਸਿੰਘ ਜੀ ਨੇ ਆਖਿਆ ਉੱਥੇ ਕਿ ਇਹ ਜਗ੍ਹਾ ਜਿਹੜੀ ਹੈ ਇਹ ਨਾਮਧਾਰੀਆਂ ਨੂੰ ਦਿੱਤੀ ਜਾਵੇ। ਅਤੇ ਜਿਹੜੇ ਉਹਨਾਂ ਦੇ ਬਿਊਰੋਕਰੈਟ ਹੁੰਦੇ ਨਾ, ਜਿਹੜੇ ਉਹਨਾਂ ਦੇ ਸਲਾਹਕਾਰ ਹੁੰਦੇ ਨੇ ਨਾਲ ਦੇ ਜਿਹੜੇ, ਉਹਨਾਂ ਨੇ ਆਖਿਆ ਜੀ ਇਹ ਤੁਹਾਨੂੰ ਪਤਾ ਹੈ ਇਹ 7 ਕਰੋੜ ਦੀ ਜਗ੍ਹਾ ਹੈ। ਅੱਜ ਤੋਂ ਜੇ ਮੈਂ ਨਹੀਂ ਭੁੱਲਦਾ ਤਾਂ ਘੱਟੋ ਘੱਟ 25-26 ਸਾਲ ਤੋਂ ਵੱਧ ਟਾਈਮ ਹੋ ਗਿਆ ਉਹ ਜਗ੍ਹਾ ਮਿਲੀ ਨੂੰ, ਅਤੇ ਉਦੋਂ 7 ਕਰੋੜ ਦੀ ਬਹੁਤ ਵੈਲਿਊ ਸੀ, ਸ਼ਹਿਰ ਦੇ ਵਿੱਚ ਜਗ੍ਹਾ ਸੀ। ਅਤੇ ਬੇਅੰਤ ਸਿੰਘ ਨੇ ਆਖਿਆ ਭਾਵੇਂ ਇਹ 700 ਕਰੋੜ ਦੀ ਹੋਵੇ, ਤੁਸੀਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਪਾਉਂਦੇ ਹੋ। ਉਹ ਸਾਰੇ ਜਿਹੜੇ ਬਿਊਰੋਕਰੈਟ ਵਾਲੇ ਸਨ, ਜਿਹੜੇ ਅਫਸਰ ਸਨ ਉਹਨਾਂ ਦੇ, ਉਹ ਸਾਰੇ ਚੁੱਪ ਕਰ ਗਏ। ਇਸ ਤਰ੍ਹਾਂ ਉਹਨਾਂ ਨੇ ਇਹ ਜਗ੍ਹਾ ਲੁਧਿਆਣੇ ਵਾਲੀ, ਫਿਰ ਰਾਏਕੋਟ ਵਾਲੀ ਵੀ ਮਿਲੀ, ਅੰਮ੍ਰਿਤਸਰ ਵਾਲੀ ਵੀ ਜਗ੍ਹਾ ਮਿਲੀ। ਖੈਰ ਉਹਨਾਂ ਦੇ ਸਾਰਿਆਂ ਦੇ ਆਪਣੇ ਆਪਣੇ ਵੱਖਰੇ ਕਾਰਨ ਨੇ ਕਿਸ ਤਰ੍ਹਾਂ ਉਹ ਮਿਲਦੀ ਗਈ, ਫਿਰ ਉਹ ਮੈਂ ਉੱਧਰ ਨਹੀਂ ਜਾਣਾ। ਇਸ ਤਰ੍ਹਾਂ ਉਹਨਾਂ ਨੇ ਇਹ ਜਗ੍ਹਾ ਲੁਧਿਆਣੇ ਵਾਲੀ ਦਿੱਤੀ ਅਤੇ ਨਾਲ ਉਹਨਾਂ ਨੇ ਇਹ ਗੱਲ ਆਖੀ, ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਵੀ ਹੁੰਦਾ ਹੈ ਵੀ ਬੇਅੰਤ ਸਿੰਘ ਜੀ ਦਾ ਬਹੁਤ ਵੱਡਾ ਜਿਗਰਾ ਹੈ। ਉਹਨਾਂ ਨੇ ਆਖਿਆ ਵੀ ਇੱਥੇ ਇੰਪਰੂਵਮੈਂਟ ਟਰਸਟ ਦੀ ਹੋਰ ਵੀ ਜਗ੍ਹਾ ਪਈ ਹੈ, ਜੇ ਤੁਹਾਨੂੰ ਲੋੜ ਹੋਵੇ ਸਾਨੂੰ ਹੋਰ ਦੱਸੋ, ਤੁਹਾਨੂੰ ਹੋਰ ਜਗ੍ਹਾ ਵੱਧ ਦੇ ਦਾਂਗੇ। ਇਹ ਨਾ ਸੋਚਿਓ ਕਿ ਤੁਹਾਨੂੰ ਜਿੰਨੀ ਅੱਜ ਦੇ ਦਿੱਤੀ ਹੈ ਸਿਰਫ ਇੰਨੀ ਹੀ ਜਗ੍ਹਾ ਦੇਣੀ ਹੈ। ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਕਿਰਪਾ ਕੀਤੀ, ਇਹ ਸ਼ਹੀਦਾਂ ਦੀਆਂ ਜਗ੍ਹਾ ਜਿਹੜੀਆਂ ਸੀ ਉਹ ਸਾਨੂੰ ਮਿਲੀਆਂ ਅਤੇ ਅਸੀਂ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਲੱਗੇ। ਸ਼ਹੀਦੀ ਦਿਹਾੜੇ ਸਭ ਤੋਂ ਪਹਿਲਾਂ ਸਤਿਗੁਰੂ ਜਗਜੀਤ ਸਿੰਘ ਜੀ ਨੇ ਹੀ ਮਨਾਉਣੇ ਸ਼ੁਰੂ ਕੀਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਵੇਲੇ
ਅਖੀਰਲੇ ਟਾਈਮ ਵਿੱਚ ਇੱਕ ਸੁਨਾਹ ਆਉਂਦਾ ਸਤਿਗੁਰੂ ਜਗਜੀਤ ਸਿੰਘ ਜੀ ਵਾਸਤੇ ਕਿ ਤੁਸੀਂ ਰਾਏਕੋਟ ਦਾ ਅਤੇ ਮਲੇਰਕੋਟਲੇ ਵਾਲਾ ਮੇਲਾ ਕਰੋ। ਇੱਕ ਜਾਂ ਦੋ ਸ਼ਾਇਦ ਮੇਲੇ ਸਤਿਗੁਰੂ ਪ੍ਰਤਾਪ ਸਿੰਘ ਦੇ ਹੁੰਦਿਆਂ ਹੋਏ ਨੇ, ਪਰ ਉਹਨਾਂ ਦਾ ਇੰਤਜ਼ਾਮ ਉਹ ਮੇਲੇ ਵੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਕੀਤੇ ਸਨ। ਅਤੇ ਸਾਧ ਸੰਗਤ ਜੀ, ਇਹ ਸਾਡੇ ਸ਼ਹੀਦਾਂ ਦਾ ਇਤਿਹਾਸ ਜਿਹੜਾ ਇਹ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸੁਣਾਵਾਂਗੇ, ਅਸੀਂ ਸੁਣਾਂਗੇ, ਫਿਰ ਕਦੀ ਵੀ ਸਾਡੇ ਮਨ ਵਿੱਚ ਇਸ ਤਰ੍ਹਾਂ ਨਹੀਂ ਆ ਸਕਦਾ ਕਿ ਅਸੀਂ ਜਿਸ ਗਾਂ ਦੀ ਰੱਖਿਆ ਵਾਸਤੇ, ਗਊ ਦੀ ਰੱਖਿਆ ਵਾਸਤੇ ਸਾਡੇ ਗੁਰੂ ਸਾਹਿਬ ਹੁਕਮ ਕਰਦੇ ਆਏ ਨੇ, ਸਿੱਖਾਂ ਨੇ ਸ਼ਹਾਦਤਾਂ ਦੇ ਦਿੱਤੀਆਂ, ਉਹ ਕਿਸੇ ਵੀ ਤਰੀਕੇ ਨਾਲ ਖਾਧਾ ਜਾਵੇ ਜਾਂ ਉਹਦੀ ਬੇਅਦਬੀ ਵੇਖੀ ਜਾਵੇ। ਇਸ ਕਰਕੇ ਜਦੋਂ ਵੀ ਕੋਈ ਚੀਜ਼ ਬਾਏ ਕਰਦੇ ਹਾਂ, ਅੱਜ ਕੱਲ੍ਹ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਵੇ ਵੀ ਕਿਸੇ ਵੀ ਤਰੀਕੇ ਉਹਨਾਂ ਵਿੱਚ ਕੋਈ ਵੀ ਗਲਤ ਵਸਤੂ ਨਾ ਪੈਂਦੀ ਹੋਵੇ। ਅਸੀਂ ਕੋਈ ਵੀ ਚੀਜ਼, ਚਾਕਲੇਟ, ਕੈਂਡੀ, ਬੱਚੇ ਕੁਝ ਵੀ ਖਾਂਦੇ ਨੇ। ਇਸ ਕਰਕੇ ਮੈਂ ਇੰਨਾ ਕੁਝ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।